ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਗੁਰੂ ਸਵਾਰੀ ਪਰਮ ਸਤਿਕਾਰਯੋਗ ਸਾਧ ਸੰਗਤ ਜੀਓ, ਅੱਜ ਦਾ ਸੰਤ ਮਹਾਂਪੁਰਖ ਬਾਬਾ ਮਹਾਹਰਨਾਮ ਸਿੰਘ ਜੀ ਦੀ ਚੱਲ ਰਹੀ ਲੜੀਵਾਰ ਪ੍ਰਸੰਗ ਕਥਾ ਦੇ ਤਹਿਤ ਉਹਨਾਂ ਦੇ ਅਗਲੇ ਜੀਵਨ ਦਰਸ਼ਨਾਂ ਦੀ ਕੜੀ ਆਪ ਸਾਰੀਆਂ ਸੰਗਤਾਂ ਨਾਲ ਸਾਂਝਾ ਕਰਦਾ ਹੈਗਾ। ਇੱਕ ਵਾਰ ਬਾਬਾ ਜੀ ਇੱਕ ਐਸੇ ਸਥਾਨ ਤੇ ਬੈਠੇ ਆ ਜਿਹੜੀ ਜਗ੍ਹਾ ਸੀ ਸੰਤ ਬਾਬਾ ਮਹਾਹਰਨਾਮ ਸੋਹਣਾ ਨੂੰ ਪਸੰਦ ਆ ਗਈ। ਉੱਥੇ ਮਹਾਂਪੁਰਖਾਂ ਨੇ ਚੌਂਕੜਾ ਲਾਇਆ ਤੇ ਅਖੰਡ ਸਮਾਧੀ ਵਿੱਚ ਬੈਠ ਗਏ। ਜਦ ਬੈਠੇ ਆ ਕੁਛ ਕਾਰਨ ਇਸ ਤਰ੍ਹਾਂ ਹੋਇਆ ਕਿ ਉੱਥੇ ਇੱਕ ਨਜ਼ਦੀਕ ਨਾਲ ਹੀ ਇੱਕ ਸੰਤ ਮੰਡਲੀ ਜਿਹੜੀ ਸੀਗੀ ਉਹ ਠਹਿਰੀ। ਜਦ ਸੰਤ ਮੰਡਲੀ ਠਹਿਰੀ, ਉਹ ਸੰਤ ਮੰਡਲੀ ਨੇ ਭੰਡਾਰਾ ਕੀਤਾ ਤੇ ਉਹ ਸੰਤ ਮੰਡਲੀ ਦੇ ਇੱਕ ਸੇਵਕ ਦੀ ਨਜ਼ਰ ਸੰਤ ਬਾਬਾ ਮਹਾਹਰਨਾਮ ਸੋਹਣਾ ਦੇ ਚਿਹਰੇ ਤੇ ਪੈ ਗਈ। ਜਦ ਚਿਹਰੇ 'ਚ ਪਈ ਤਾਂ ਉਹਨੇ ਸੋਚਿਆ ਕਿ ਕੋਈ ਮਹਾਤਮਾ ਆਏ ਆ ਤੇ ਇੱਥੇ ਹੈ ਨਾ ਸਮਾਧੀ 'ਚ ਬੈਠੇ ਆ। ਫਿਰ ਮਨ 'ਚ ਆਇਆ ਵੀ ਚਲੋ ਅਸੀਂ ਸਾਧੂ ਅਸੀਂ ਵੀ ਭੰਡਾਰਾ ਕਰਦੇ ਹਾਂ, ਕਿ ਇਹਨਾਂ ਮਹਾਤਮਾ ਨੂੰ ਆਪਣੇ ਭੰਡਾਰੇ ਦੇ ਵਿੱਚ ਸ਼ਾਮਲ ਕੀਤਾ ਜਾਵੇ। ਜਦੋਂ ਭੰਡਾਰਾ ਜਿਹੜਾ ਸੀਗਾ ਬਣ ਕੇ ਤਿਆਰ ਹੋਇਆ ਤਾਂ ਸੰਤ ਮੰਡਲੀ ਦੇ ਜਿਹੜੇ ਚੇਲੇ ਸੀਗੇ ਉਹ ਸੰਤ ਬਾਬਾ ਮਹਾਹਰਨਾਮ ਸਿੰਘ ਕੋਲ ਆਏ। ਉਹਨਾਂ ਨੇ ਆ ਕੇ ਨਾ ਬਾਬਾ ਜੀ ਨੂੰ ਆਵਾਜ਼ ਮਾਰੀ ਕਿ ਮਹਾਂਪੁਰਖੋ ਆ ਗਏ ਨਾ, ਭੰਡਾਰੇ ਦੇ ਛਕ ਲਓ। ਜਦ ਭੰਡਾਰੇ ਵਿੱਚ ਪ੍ਰਸ਼ਾਦਾ ਛਕਣ ਨੂੰ ਗਿਆ ਤੇ ਬਾਬਾ ਜੀ ਨੇ ਉਹਨੂੰ ਕੋਈ ਜਵਾਬ ਨਹੀਂ ਦਿੱਤਾ। ਉਹਨਾਂ 'ਚ ਮਨ 'ਚ ਸੋਚਿਆ ਵੀ ਸ਼ਾਇਦ ਬਾਬਾ ਜੀ ਨੇ ਸੁਣਿਆ ਨਹੀਂ। ਫਿਰ ਵੀ ਉਹਨੇ ਸੇਵਕ ਨੇ 2-3 ਆਵਾਜ਼ਾਂ ਮਹਾਂਪੁਰਖਾਂ ਨੂੰ ਦਿੱਤੀਆਂ, ਪਰ ਬਾਬਾ ਜੀ ਨੇ ਉਹਦਾ ਵੀ ਕੋਈ ਜਵਾਬ ਨਹੀਂ ਦਿੱਤਾ। ਮਨ ਵਿੱਚ ਉਹ ਸੇਵਕ ਨੇ ਸੋਚਿਆ ਕਿ ਬਾਬਾ ਜੀ ਸਮਾਧੀ ਕਰਕੇ ਸ਼ਾਇਦ ਮੇਰੀ ਆਵਾਜ਼ ਨਹੀਂ ਸੁਣਦੇ, ਇਸ ਕਰਕੇ ਉਹ ਵਾਪਸ ਚਲਾ ਗਿਆ। ਜਦ ਵਾਪਸ ਗਿਆ ਉਹਨੇ ਇਹ ਗੱਲ ਜਾ ਕੇ ਆਪਣੇ ਜਿਹੜੇ ਉਸ ਸੰਤ ਮੰਡਲੀ ਦੇ ਜੋ ਮੇਨ ਪ੍ਰਧਾਨ ਮੁਖੀ ਮਹੰਤ ਸੀਗੇ ਉਹਨਾਂ ਨੂੰ ਦੱਸੀ ਕਿ ਇੱਥੇ ਇੱਕ ਨਜ਼ਦੀਕ ਇੱਕ ਸਾਧੂ ਆ, ਉਹ ਖੰਡ ਸਮਾਧੀ 'ਚ ਬੈਠੇ ਆ ਤੇ ਮੈਂ ਉਹਨਾਂ ਨੂੰ ਇਸ ਭੰਡਾਰੇ ਲਈ ਨਿਮੰਤਰਣ ਕੀਤਾ ਹੈ, ਸੱਦਾ ਦਿੱਤਾ, ਪਰ ਉਹਨਾਂ ਨੇ ਕੋਈ ਆਵਾਜ਼ ਨਾ ਦਿੱਤੀ। ਫਿਰ ਦੇਖੋ ਸੰਤ ਮੰਡਲੀ ਦੇ ਮਹਾਤਮਾ ਆਪ ਖੁਦ ਚੱਲ ਕੇ ਬਾਬਾ ਜੀ ਪਾਸ ਆਏ। ਉਹਨਾਂ ਨੇ ਵੀ ਇਸ ਤਰ੍ਹਾਂ 2-3 ਆਵਾਜ਼ਾਂ ਮਾਰੀਆਂ, ਪਰ ਬਾਬਾ ਮਹਾਹਰਨਾਮ ਸੋਹਣਾ ਨੇ ਉਹਦਾ ਵੀ ਕੋਈ ਜਵਾਬ ਨਹੀਂ ਦਿੱਤਾ। ਅਖੀਰ ਉਹਨੇ ਸਮਝਿਆ ਕਿ ਮਹਾਤਮਾ ਜਿਹੜੇ ਹੈਗੇ ਆ ਸਮਾਧੀ ਲੀਨ ਆ, ਇਸ ਕਰਕੇ ਇਹਨਾਂ ਦੀ ਜਿਹੜੀ ਸਮਾਧੀ ਆ ਕਦ ਖੁੱਲ੍ਹੇਗੀ ਤਦ ਤੱਕ ਜਿਹੜਾ ਭੋਜਨ ਹੈਗਾ ਬਾਕੀ ਸਾਧੂਆਂ ਨੂੰ ਵਰਤਾ ਦਿਓ। ਦੇਖੋ ਜਦੋਂ ਸਾਧੂ ਨੇ ਸਾਰਾ ਭੋਜਨ ਛਕ ਲਿਆ, ਉਸ ਤੋਂ ਬਾਅਦ ਫਿਰ ਉਹ ਮਹੰਤ ਨੇ ਬਾਬਾ ਜੀ 'ਤੇ ਨਜ਼ਰ ਟਿਕਾਈ ਵੀ ਜਦੋਂ ਇਹਨਾਂ ਦੀ ਸਮਾਧੀ ਖੁੱਲੂਗੀ ਉਸ ਟਾਈਮ ਜਿਹੜੇ ਹੈ ਅਸੀਂ ਇਹਨਾਂ ਨੂੰ ਭੋਜਨ ਵਾਸਤੇ ਕਹਾਂਗੇ। ਖੈਰ ਬਾਬਾ ਜੀ ਜਿਉਂ ਸਮਾਧੀ 'ਚ ਬੈਠੇ ਪੂਰਾ ਦਿਨ ਖਤਮ ਹੋ ਗਿਆ। ਜਦ ਪੂਰੀ ਰਾਤ ਆਈ ਤਾਂ ਸੰਤ ਮਹਾਂਪੁਰਖ ਬਾਬਾ ਹਰਨਾਮ ਸੋਹਣੇ ਇਸ ਤਰ੍ਹਾਂ ਸਮਾਧੀ 'ਚ ਬੈਠੇ ਰਹੇ। ਫਿਰ ਉਸ ਮਹਾਤਮਾ ਨੇ ਰਾਤ ਨੂੰ 2-3 ਵਾਰ ਬਾਬਾ ਜੀ ਬਾਹਰ ਕੋਲ ਜਾ ਕੇ ਦੇਖਿਆ ਤੇ ਬਾਬਾ ਜੀ ਉਸੇ ਤਰ੍ਹਾਂ ਜਿਹੜੀ ਸੀ ਸਮਾਧੀ 'ਚ ਬੈਠੇ ਰਹੇ। ਜਦ ਰਾਤ ਵੀ ਸਮਾਧੀ ਨਹੀਂ ਖੋਲ੍ਹੀ, ਦਿਨ ਚੜ੍ਹ ਗਿਆ। ਮਹਾਤਮਾ ਨੇ ਫਿਰ ਜਿਹੜੇ ਸੀਗੇ ਉਹ ਸੰਤ ਮੰਡਲੀ ਦੇ ਉਹਨਾਂ ਨੇ ਦੇਖਿਆ ਬਾਬਾ ਜਿਸ ਤਰ੍ਹਾਂ ਸਮਾਧੀ 'ਚ ਬੈਠੇ। ਉਹਨਾਂ ਦੇ ਫਿਰ ਮਨ 'ਚ ਵਿਚਾਰ ਆਈ ਕਿ ਇਹ ਸਾਧੂ ਕਿੰਨੇ ਮਹਾਨ ਵਾ, ਪਤਾ ਨਹੀਂ ਕਦ ਤੱਕ ਹੋ ਗਿਆ ਇਹਨਾਂ ਨੂੰ ਸਮਾਧੀ 'ਚ ਬੈਠਿਆਂ, ਵੀ ਕਿਉਂ ਨਾ ਹੋਵੇ ਕਿ ਜਦੋਂ ਇਹ ਆਪਣੀ ਸਮਾਧੀ ਖੋਲ੍ਹਣ ਤੇ ਅਸੀਂ ਇਹਨਾਂ ਦੇ ਦਰਸ਼ਨ ਕਰੀਏ ਤੇ ਇਹਨਾਂ ਤੋਂ ਕੁਝ ਬਚਨ ਬਲਾ ਸੁਣੀਏ। ਇਹ ਜਿਹੜੀ ਸੀ ਵਿਚਾਰ ਸੀ ਉਹ ਸੰਤ ਮੰਡਲੀ ਦੇ ਜਿਹੜੇ ਮੇਨ ਮਹੰਤ ਸੀਗੇ ਉਹਨਾਂ ਦੇ ਮਨ 'ਚ ਆਈ। ਇਸ ਕਰਕੇ ਉਹਨਾਂ ਨੇ ਆਪਣੀ ਸੰਤ ਮੰਡਲੀ ਨੂੰ ਆਦੇਸ਼ ਦੇ ਦਿੱਤਾ ਕਿ ਜਦ ਤੱਕ ਇਹਨਾਂ ਜਿਹੜੇ ਮਹਾਤਮਾ ਦੀ ਸਮਾਧੀ ਨਹੀਂ ਖੁੱਲ੍ਹਦੀ ਤਦ ਤੱਕ ਆਪਾਂ ਇੱਥੋਂ ਕੂਚ ਨਹੀਂ ਕਰਨਾ। ਜਦੋਂ ਸਮਾਧੀ ਖੁੱਲ੍ਹੂਗੀ ਤਾਂ ਫਿਰ ਆਪਾਂ ਇਹਨਾਂ ਦੇ ਦਰਸ਼ਨ ਕਰਕੇ ਕੋਈ ਬਚਨ ਬਲਾਸ ਜਿਹੜੇ ਆ ਉਹ ਹਾਸਲ ਕਰਾਂਗੇ। ਦੇਖੋ ਜਦ ਦਿਨ ਚੜ੍ਹ ਗਿਆ, ਸ਼ਾਮ ਹੋਈ, ਸੂਰਜ ਛਿਪ ਗਿਆ ਤੇ ਬਾਬਾ ਮਹਾਹਰਨਾਮ ਸੋਹਣਾ ਦੀ ਸਮਾਧੀ ਖੁੱਲ੍ਹੀ। ਜਦ ਸਮਾਧੀ ਖੁੱਲ੍ਹੀ ਉਹ ਸਾਰੀ ਸੰਤ ਮੰਡਲੀ ਸੰਤ ਬਾਬਾ ਮਹਾਹਰਨਾਮ ਸੋਹਣਾ ਨੂੰ ਮੱਥਾ ਟੇਕ ਕੇ ਆਲੇ ਦੁਆਲੇ ਬੈਠ ਗਏ। ਤੇ ਬਾਬਾ ਜੀ ਨੇ ਉਹਨਾਂ ਨੂੰ ਪੁੱਛਿਆ ਕਿ ਤੁਸੀਂ ਕੌਣ ਆ? ਉਹਨਾਂ ਨੇ ਫਿਰ ਕਹਿ ਤਾ ਕਿ ਅਸੀਂ ਆਪ ਦੀ ਸੰਗਤ ਆਪ ਦੇ ਦਰਸ਼ਨ ਕਰਨ ਆਏ ਹਾਂ। ਜਦ ਜਿਹੜੀ ਇਹ ਵਿਚਾਰ ਜਿਹੜੀ ਹੋਈ ਸੀ, ਫਿਰ ਬਾਬਾ ਜੀ ਨੇ ਉਹਨਾਂ ਦੀ ਮਨ ਦੀ ਗੱਲ ਬੁੱਝ ਕੇ ਇੱਕ ਸੰਸਕ੍ਰਿਤ ਦਾ ਜਿਹੜਾ ਸ਼ਲੋਕ ਸੀਗਾ ਉਪਨਿਸ਼ਦਾਂ ਦਾ, ਉਹ ਸੰਤ ਮੰਡਲੀ ਨੂੰ ਸੁਣਾਇਆ। ਜਦ ਸੰਸਕ੍ਰਿਤ ਦਾ ਸ਼ਲੋਕ ਜਿਹੜਾ ਉਪਨਿਸ਼ਦਾਂ ਸੀ ਉਹ ਸੰਤ ਮੰਡਲੀ ਨੇ ਸੁਣਿਆ ਤਾਂ ਉਹ ਸੁਣ ਕੇ ਬੜੇ ਹੈਰਾਨ ਹੋਏ ਕਿ ਦੇਖਣ ਨੂੰ ਤਾਂ ਸਾਨੂੰ ਜਿਹੜੇ ਸਾਧੂ ਹੈਗੇ ਆ ਇਹ ਇਸ ਤਰ੍ਹਾਂ ਹੀ ਲੱਗਦੇ ਆ, ਪਰ ਇਹ ਸ਼ਲੋਕ ਦੇ ਨਾਲ ਸਾਨੂੰ ਇਹ ਪ੍ਰਤੀਤ ਹੁੰਦਾ ਕਿ ਇਹ ਤਾਂ ਬਹੁਤ ਵੱਡੇ ਵਿਦਵਾਨ ਹੈ। ਸੋ ਉਹ ਸ਼ਲੋਕ ਦੇ ਵਿੱਚ ਬਾਬਾ ਜੀ ਨੇ ਉਹਨਾਂ ਨੂੰ ਇਹ ਸਮਝਾਉਣ ਦਾ ਯਤਨ ਕੀਤਾ ਕਿ ਚਾਹੇ 4 ਵੇਦ ਪੜ੍ਹ ਲਓ, ਧਾਰਮਿਕ ਗ੍ਰੰਥ ਪੜ੍ਹ ਲਓ, ਸਿਮਰਤੀਆਂ ਸ਼ਾਸਤਰ ਪੜ੍ਹ ਲਓ, ਪਰ ਅਗਰ ਵਾਹਿਗੁਰੂ ਦੀ ਪ੍ਰਾਪਤੀ ਨਹੀਂ ਹੋਈ, ਉਸ ਪਰਮਤਤ ਦੀ ਪ੍ਰਾਪਤੀ ਨਹੀਂ ਹੋਈ, ਫਿਰ ਇਹ ਜਿਹੜਾ ਪੜ੍ਹਿਆ ਲਿਖਿਆ ਸਾਰਾ ਕੁਛ ਇਹ ਕੇਵਲ ਤੇ ਕੇਵਲ ਫਿਰ ਇਹ ਬੁੱਧੀ ਦੇ ਵਿੱਚ ਹਉਮੈ ਪੈਦਾ ਕਰਦਾ ਹੈ। ਅਸਲ ਦੇ ਵਿੱਚ ਉਸ ਸੱਚ ਤੋਂ ਵਾਹਿਗੁਰੂ ਤੋਂ ਕੋਹਾਂ ਦੂਰ ਆ। ਜਦ ਇਸ ਤਰ੍ਹਾਂ ਦੀ ਵਿਚਾਰ ਜਿਹੜੀ ਮਹਾਂਪੁਰਖਾਂ ਨੇ ਛੇੜੀ ਉਹ ਸੰਤ ਮੰਡਲੀ ਦੇ ਨਾਲ, ਫਿਰ ਉਹ ਸੰਤ ਮੰਡਲੀ ਵਿੱਚ ਕੁਝ ਵਿਦਵਾਨ ਸੀਗੇ ਜਿਹੜੇ ਸੱਜਣ ਸੀਗੇ, ਉਹਨਾਂ ਨੇ ਫਿਰ ਬਾਬਾ ਜੀ ਦੇ ਨਾਲ ਗੱਲਬਾਤ ਕਰਨੀ ਸ਼ੁਰੂ ਕਰ ਦਿੱਤੀ। ਜਦੋਂ ਗੱਲਬਾਤ ਕਰਨੀ ਸ਼ੁਰੂ ਕੀਤੀ ਤਾਂ ਉਹਨਾਂ ਨੇ ਫਿਰ ਜਾਣੀ ਕਿ ਬਾਬਾ ਜੀ ਨੂੰ ਜਿਹੜੀ ਇਹ ਗੱਲ ਪੁੱਛੀ ਕਿ ਮਹਾਂਪੁਰਖੋ ਅਗਰ ਗਿਆਨ ਨਾ ਹੋਵੇ ਤਾਂ ਗਿਆਨ ਤੋਂ ਬਿਨਾਂ ਫਿਰ ਜਿਹੜੀ ਇਨਸਾਨ ਦੀ ਸੋਝੀ ਪ੍ਰਾਪਤ ਨਹੀਂ ਹੁੰਦੀ। ਤੇ ਫਿਰ ਬਾਬਾ ਜੀ ਨੇ ਆਖਿਆ ਸੀਗਾ
ਕਿ ਅਗਰ ਗਿਆਨ ਤੁਸੀਂ ਹੈ ਨਾ ਇੱਕ ਕੜਛੀ ਦੀ ਨਿਆਈ ਜਿਹੜਾ ਹੈਗਾ ਉਸ ਸਾਰੇ ਧਾਰਮਿਕ ਗ੍ਰੰਥਾਂ ਦੇ ਵਿੱਚ ਫੇਰੋ, ਤੇ ਜਿਵੇਂ ਕੜਛੀ 36 ਪ੍ਰਕਾਰ ਦੇ ਭੋਜਨਾਂ ਵਿੱਚ ਫਿਰਦੀ ਹੋਈ ਵੀ ਸਵਾਦ ਤੋਂ ਨਿਰਲੇਪ ਰਹਿੰਦੀ ਹੈ, ਇਸ ਤਰ੍ਹਾਂ ਵਿਅਕਤੀ ਧਾਰਮਿਕ ਪੁਸਤਕਾਂ ਪੜ੍ਹਦਾ ਹੋਇਆ ਵੀ ਹੈ ਨਾ ਸੱਚ ਤੋਂ ਕੋਹਾਂ ਦੂਰ ਰਹਿੰਦਾ ਹੈਗਾ। ਜਦ ਇਸ ਤਰ੍ਹਾਂ ਦੇ ਜਿਹੜੇ ਉਪਦੇਸ਼ ਸੀ ਉਹਨਾਂ ਨੇ ਜਾਣੀ ਬਾਬਾ ਜੀ ਤੋਂ ਸੁਣੇ, ਤੇ ਉਸ ਜਿਹੜੇ ਸਾਰੇ ਯੋਗੀ ਸੀਗੇ ਹੈ ਨਾ ਉਹ ਬਹੁਤ ਜ਼ਿਆਦਾ ਪ੍ਰਸੰਨ ਹੋਏ। ਉਸ ਤੋਂ ਬਾਅਦ ਫਿਰ ਮਹਾਂਪੁਰਖਾਂ ਤੋਂ ਸਾਰੇ ਸ਼ੰਕੇ ਨਿਵਰਤ ਕਰਕੇ ਉਹਨਾਂ ਦਾ ਜਿਹੜਾ ਮਹਾਨ ਸੰਤ ਮੰਡਲੀ ਦਾ ਮਹਾਤਮਾ ਸੀਗਾ, ਉਹਨੇ ਫਿਰ ਆਪਣੇ ਜਿੰਨੇ ਸ਼ਾਗਿਰਦ ਸੀਗੇ ਉਹਨਾਂ ਨੂੰ ਇਹ ਗੱਲ ਕਹਿਤੀ ਕਿ ਇਹ ਇੱਕ ਮਹਾਨ ਯੋਗੀ ਹੈਗੇ ਆ, ਇਸ ਕਰਕੇ ਅਸੀਂ ਇਹੋ ਜਿਹੇ ਮਹਾਨ ਯੋਗੀ ਦੀ ਤਲਾਸ਼ ਵਿੱਚ ਰਹਿੰਦੇ ਹਾਂ। ਪਰ ਕਿਉਂਕਿ ਸਾਨੂੰ ਇੰਨਾ ਹੀ ਹੁਕਮ ਹੈ ਕਿ ਸਵੱਬ ਦੇ ਨਾਲ ਸਾਨੂੰ ਇਹਨਾਂ ਦੇ ਦਰਸ਼ਨ ਹੋ ਗਏ ਆ, ਜਿਨ੍ਹਾਂ ਕਰਕੇ ਸਾਡੇ ਜਿਹੜੇ ਮਨ ਦੇ ਸ਼ੰਕੇ ਸੀਗੇ ਨਿਵਰਤ ਹੋ ਗਏ, ਤੇ ਹੁਣ ਸਾਨੂੰ ਅਸਲ ਜਿਹੜੀ ਹੈ ਨਾ ਸ਼ਾਂਤੀ ਆ ਉਹ ਅੰਦਰ ਪ੍ਰਾਪਤ ਹੋਈ ਆ। ਉਸ ਤੋਂ ਬਾਅਦ ਫਿਰ ਜਿਹੜੇ ਸੀਗੇ ਉਹ ਸੰਤ ਮੰਡਲੀ ਉੱਥੋਂ ਚਲੇ ਗਈ, ਤੇ ਬਾਬਾ ਜੀ ਵੀ ਜਿਹੜੇ ਸੀਗੇ ਆਪਣਾ ਜਿਹੜਾ ਆਸਣ ਸੀਗਾ ਉੱਥੋਂ ਚੱਕ ਕੇ ਹੋਰ ਜਗ੍ਹਾ ਚਲੇ ਗਏ। ਜਦ ਬਾਬਾ ਜੀ ਉੱਥੋਂ ਤੁਰੇ ਆ ਤੇ ਇੱਕ ਕਿਸੇ ਖੇਤ ਦੇ ਕਿਨਾਰੇ ਦੇ ਉੱਤੇ ਇੱਕ ਕਕੀਰ ਦਾ ਦਰਖਤ ਸੀਗਾ, ਉਸ ਦਰਖਤ ਦੇ ਥੱਲੇ ਸੰਤ ਮਹਾਂਪੁਰਖ ਬਾਬਾ ਹਰਨਾਮ ਸਿੰਘ ਹੋਣਾ ਨੇ ਆਸਣ ਲਾ ਲਿਆ। ਜਦ ਆਸਣ ਲਾਇਆ ਤੇ ਉੱਥੇ ਖੇਤ ਦੇ ਵਿੱਚ ਇੱਕ ਜ਼ਿਮੀਂਦਾਰ ਹਲ ਵਾਹ ਰਿਹਾ ਸੀਗਾ ਤੇ ਨਾਲ ਉਹ ਕਲੀਆਂ ਗਾ ਰਿਹਾ ਸੀਗਾ। ਜਦ ਉਹ ਕਲੀਆਂ ਗਾ ਰਿਹਾ ਸੀਗਾ ਤੇ ਉਹਦੀਆਂ ਕਲੀਆਂ ਜਦੋਂ ਬਾਬਾ ਜੀ ਦੀ ਕੰਨੀ ਪਈਆਂ ਤੇ ਉਹ ਹਲ ਵਾਹੁੰਦਾ ਜਦ ਬਾਬਾ ਜੀ ਦੇ ਕੋਲੋਂ ਦੀ ਲੰਘਿਆ ਤੇ ਬਾਬਾ ਜੀ ਵੱਲ ਦੇਖ ਕੇ ਹੈ ਨਾ ਜਿਹੜਾ ਜ਼ਿਮੀਂਦਾਰ ਸੀਗਾ ਕਲੀਆਂ ਗਾਉਂਦਾ ਚੁੱਪ ਕਰ ਗਿਆ। ਤੇ ਬਾਬਾ ਜੀ ਨੂੰ ਕਹਿਣ ਲੱਗੇ, ਕਹਿੰਦੇ ਭਾਈ ਇਹ ਜਿਹੜੀ ਹੀਰ ਹੈਗੀ ਤੂੰ ਗਾਉਂਦਾ ਚੁੱਪ ਕਰ ਗਿਆ, ਇਸ ਤਰ੍ਹਾਂ ਕਰ ਇਹ ਕਲੀ ਸਾਨੂੰ ਦੁਬਾਰਾ ਸੁਣਾ। ਦੇਖੋ ਇੰਨੇ ਕਹਿਣ ਦੀ ਢੇਰ ਜ਼ਿਮੀਂਦਾਰ ਜਿਹੜਾ ਸੀ ਮੂੰਹ 'ਚ ਮੁਸਕਰਾ ਪਿਆ ਤੇ ਉਹਨੇ ਹੈ ਨਾ ਖੜ ਕੇ ਫਿਰ ਬਾਬਾ ਜੀ ਨੂੰ ਕਲੀ ਸੁਣਾਈ। ਜਦ ਕਲੀ ਸੁਣਾਈ ਆ ਤੇ ਉਸ ਤੋਂ ਬਾਅਦ ਬਾਬਾ ਜੀ ਕਹਿੰਦੇ ਵੀ ਇੱਕ ਵਾਰੀ ਹੋਰ ਸੁਣਾ। ਜਾਂ ਤੀਸਰੀ ਵਾਰੀ ਬਾਬਾ ਜੀ ਦੇ ਕਹੇ ਜ਼ਿਮੀਂਦਾਰ ਨੇ ਫਿਰ ਕਲੀ ਸੁਣਾਈ ਤੇ ਬਾਬਾ ਜੀ ਕਹਿਣ ਲੱਗੇ, ਲੈ ਵੀ ਤੇਰੀ ਕਲੀ ਸੁਣ ਕੇ ਹੈ ਨਾ ਸਾਡਾ ਮਨ ਬੜਾ ਪ੍ਰਸੰਨ ਹੋਇਆ ਹੈਗਾ। ਫਿਰ ਜ਼ਿਮੀਂਦਾਰ ਜੀ ਕਹਿਣ ਲੱਗਿਆ, ਬਾਬਾ ਜੀ ਵੀ ਇਹ ਕਲੀ ਤੁਹਾਨੂੰ ਬਹੁਤ ਚੰਗੀ ਲੱਗੀ ਆ, ਪਰ ਇਹ ਤਾਂ ਕਲੀ ਜਿਹੜੀ ਹੈ ਨਾ ਹੀਰ ਦੀ ਕਲੀ ਹੈਗੀ ਆ। ਤੇ ਬਾਬਾ ਜੀ ਕਹਿਣ ਲੱਗੇ ਵੀ ਜਿਹੜੀ ਹੀਰ ਹੈਗੀ ਆ, ਹੀਰ ਤੇ ਰਾਂਝੀ ਦੀ ਜਿਹੜੀ ਜੋੜੀ ਹੈਗੀ ਆ, ਉਹਨਾਂ ਨੇ ਆਪਸ ਵਿੱਚ ਇਸ਼ਕ ਕਮਾਇਆ ਹੈਗਾ। ਜਦ ਬਾਬਾ ਜੀ ਨੇ ਇਹ ਗੱਲ ਕੀਤੀ ਤੇ ਫਿਰ ਜ਼ਿਮੀਂਦਾਰ ਨੇ ਜਿਹੜੀ ਸੀ ਉਹ ਗੱਲ ਇੱਕ ਟੀਚਰ ਦੇ ਵਿੱਚ ਬਾਬਾ ਜੀ ਨੂੰ ਕਹਿਣ ਲੱਗੇ, ਨੇ ਬਾਬਾ ਜੀ ਇਹ ਦੱਸੋ ਤੁਸੀਂ ਵੀ ਕਦੀ ਕਿਸੇ ਨਾਲ ਇਸ਼ਕ ਕੀਤਾ ਹੈ? ਤੇ ਬਾਬਾ ਜੀ ਕਹਿਣ ਲੱਗੇ, ਹਾਂ ਅਸੀਂ ਵੀ ਇਸ਼ਕ ਕਰਦੇ ਹਾਂ। ਉਹ ਕਹਿਣ ਲੱਗਾ, ਜੀ ਕਿਹਦੇ ਨਾਲ ਇਸ਼ਕ ਕਰਦੇ? ਤੇ ਬਾਬਾ ਜੀ ਕਹਿਣ ਲੱਗੇ, ਅਸੀਂ ਖੁਦਾ ਦੇ ਨਾਲ, ਪਰਮੇਸ਼ਰ ਵਾਹਿਗੁਰੂ ਪਰਮਾਤਮਾ ਦੇ ਨਾਲ ਇਸ਼ਕ ਜਿਹੜਾ ਹੈਗਾ ਉਹ ਕਰਦੇ ਹਾਂ। ਜਦ ਇੰਨੀ ਗੱਲ ਹੋਈ ਉਹ ਜ਼ਿਮੀਂਦਾਰ ਜਿਹੜਾ ਸੀਗਾ ਉਸ ਟਾਈਮ ਹਲ ਛੱਡ ਕੇ ਬਾਬਾ ਜੀ ਦੇ ਪਾਸ ਬੈਠ ਗਿਆ। ਜਦ ਪਾਸ ਬੈਠਾ ਤਾਂ ਬਾਬਾ ਜੀ ਕਹਿਣ ਲੱਗੇ, ਤੂੰ ਸਾਡੇ ਕੋਲ ਕਿਹੜੇ ਬੈਠ ਗਿਆ, ਤੂੰ ਆਪਣਾ ਹਲ ਵਾਹ। ਉਹ ਜ਼ਿਮੀਂਦਾਰ ਕਹਿਣ ਲੱਗਾ, ਬਾਬਾ ਜੀ ਵੀ ਮੇਰਾ ਚਿੱਤ ਕਰਦਾ ਵੀ ਆਪ ਦੇ ਕੋਲੋਂ ਕੁਛ ਪ੍ਰੇਰਨਾ ਲਈਏ, ਕੁਛ ਐਸੇ ਬਚਨ ਬਲਾ ਸੁਣੀਏ ਵੀ ਜਿਹਦੇ ਨਾਲ ਮਨ ਨੂੰ ਸ਼ਾਂਤੀ ਮਿਲੇ। ਬਾਬਾ ਜੀ ਕਹਿਣ ਲੱਗੇ, ਅੱਛਾ ਸ਼ਾਂਤੀ ਤਾਂ ਬਾਅਦ 'ਚ ਦੀਆਂ ਗੱਲਾਂ ਹੈਗੀਆਂ, ਪਹਿਲਾਂ ਤੂੰ ਆਪਣੇ ਘਰ ਨੂੰ ਚਲਿਆ ਜਾ। ਉਹ ਕਹਿਣ ਲੱਗਾ, ਨਹੀਂ ਬਾਬਾ ਜੀ ਮੈਂ ਹੁਣੇ ਤਾਂ ਘਰੋਂ ਆਇਆ ਹੈ। ਬਾਬਾ ਜੀ ਕਹਿਣ ਲੱਗੇ, ਨਹੀਂ ਭਾਈ ਤੇਰੀ ਘਰ ਵਾਲੀ ਦੇ ਬੱਚਾ ਬੱਚੀ ਹੋਣ ਵਾਲਾ, ਤੂੰ ਘਰ ਜਾ ਕੇ ਉਹਦੀ ਜਿਹੜੀ ਖਬਰ ਸਾਰ ਲੈ ਆ। ਜਦ ਇੰਨੀ ਗੱਲ ਹੋਈ ਜ਼ਿਮੀਂਦਾਰ ਮਨ 'ਚ ਬੜਾ ਹੈਰਾਨ ਹੋਇਆ ਕਿ ਮਹਾਂਪੁਰਖਾਂ ਨੂੰ ਕਿਵੇਂ ਪਤਾ ਵੀ ਮੇਰੀ ਘਰ ਵਾਲੀ ਦੇ ਬੱਚਾ ਬੱਚੀ ਹੋਣ ਵਾਲਾ। ਪਰ ਬਾਬਾ ਜੀ ਬੜੀ ਅਚਾਰਜ ਨਜ਼ਰ ਨਾਲ ਤੱਕਦੇ ਹੋਏ ਨਾ ਜ਼ਿਮੀਂਦਾਰ ਘਰ ਚਲੇ ਗਿਆ। ਜਦ ਘਰ ਗਿਆ ਦੇਖਿਆ ਬਾਕੀ ਉਹਦੀ ਘਰ ਵਾਲੀ ਜਿਹੜੀ ਹੈਗੀ ਉਹ ਢਿੱਲੀ ਹੈਗੀ ਤੇ ਦਰਦਾਂ ਹੋ ਰਹੀਆਂ। ਉਹ ਜ਼ਿਮੀਂਦਾਰ ਜਾ ਕੇ ਨੱਠ ਕੇ ਦਾਈ ਨੂੰ ਬੁਲਾ ਕੇ ਲਿਆ। ਜਦ ਦਾਈ ਨੇ ਉਹਦੇ ਘਰ ਵਾਲੀ ਦਾ ਚੰਗੀ ਤਰ੍ਹਾਂ ਨਿਰੀਖਣ ਕੀਤਾ ਤੇ ਉਹਨੇ ਜ਼ਿਮੀਂਦਾਰ ਨੂੰ ਇਹ ਗੱਲ ਕਹਿਤੀ ਵੀ ਇਹਦੀਆਂ ਜਿਹੜੀਆਂ ਦਰਦਾਂ ਹੈਗੀਆਂ ਬੰਦ ਨਹੀਂ ਹੋਣ ਦੀਆਂ, ਕਿਉਂਕਿ ਮੈਂ ਯਤਨ ਕਰਕੇ ਦੇਖ ਵੀ ਲਵਾਂ ਤਾਂ ਵੀ ਲੱਗਦਾ ਹੈਗਾ ਕਿ ਇਹ ਗੱਲ ਮੁਸ਼ਕਲ ਹੈਗੀ ਆ। ਜਦੋਂ ਦਾਈ ਨੇ ਆਪਣੀ ਜਿਹੜੀ ਸੀ ਇਹ ਮਜਬੂਰੀ ਦੱਸੀ, ਫਿਰ ਜ਼ਿਮੀਂਦਾਰ ਦੇ ਮਨ 'ਚ ਆਇਆ ਕਿ ਮਹਾਂਪੁਰਖ ਜਿਹੜੇ ਬਾਹਰ ਮੇਰੇ ਖੇਤ ਦੇ ਕੋਲ ਬੈਠੇ ਆ, ਉਹਨਾਂ ਨੇ ਮੈਨੂੰ ਮੇਰੀ ਘਰ ਵਾਲੀ ਦੇ ਜਿਹੜਾ ਹੈ ਦੱਸਿਆ ਕਿ ਇਹਦੇ ਬੱਚਾ ਬੱਚੀ ਹੋਣ ਵਾਲਾ, ਤੇ ਮੇਰੀ ਘਰ ਵਾਲੀ ਦੀ ਜਿਹੜੀ ਤਕਲੀਫ ਆ ਉਹ ਜ਼ਿਆਦਾ ਹੈਗੀ, ਕਿ ਉਹਨਾਂ ਦੁਬਾਰਾ ਉਹਨਾਂ ਮਹਾਂਪੁਰਖੋਂ ਕੋਲ ਚਲੇ ਜਾਵਾਂ। ਉਹ ਫਿਰ ਉਹ ਜ਼ਿਮੀਂਦਾਰਾਂ ਨੇ ਦੌੜ ਕੇ ਫਿਰ ਬਾਬਾ ਮਹਾਨਾਮ ਸਿੰਘ ਦੇ ਪਾਸ ਆ ਗਿਆ। ਆ ਕੇ ਮੱਥਾ ਟੇਕ ਕੇ ਤੇ ਬਾਬਾ ਜੀ ਕਹਿਣ ਲੱਗੇ, ਕੀ ਗੱਲ ਹੈ ਤੂੰ ਬੜੀ ਛੇਤੀ ਮੁੜਿਆ? ਤੇ ਜ਼ਿਮੀਂਦਾਰ ਕਹਿਣ ਲੱਗਾ, ਜੀ ਹਾਲਤ ਹੀ ਕੁਛ ਇਸ ਤਰ੍ਹਾਂ ਦੀ ਆ ਵੀ ਮੇਰੀ ਘਰ ਵਾਲੀ ਜਿਹੜੀ ਹੈ ਉਹ ਜ਼ਿਆਦਾ ਦਰਦਾਂ ਦੇ ਨਾਲ ਜਿਹੜੀ ਹੈ ਉਹ ਕੁਰਲਾਟ ਪਾ ਰਹੀ ਆ। ਜਦ ਇੰਨੀ ਗੱਲ ਹੋਈ ਤਾਂ ਬਾਬਾ ਜੀ ਕਹਿਣ ਲੱਗੇ, ਕੋਈ ਗੱਲ ਨਹੀਂ ਤੂੰ ਹੌਸਲਾ ਰੱਖ। ਜਦ ਇੰਨੀ ਗੱਲ ਹੋਈ ਤਾਂ ਜ਼ਿਮੀਂਦਾਰ ਕਹਿਣ ਲੱਗਾ, ਮਹਾਰਾਜ ਹੌਸਲਾ ਕੀ ਰੱਖਾਂ, ਮੇਰੇ ਕੋਲ ਤਾਂ ਇੰਨੇ ਪੈਸੇ ਵੀ ਨਹੀਂ ਗਏ ਕਿ ਮੈਂ ਆਪਣੀ ਘਰ ਵਾਲੀ ਦਾ ਠੀਕ ਢੰਗ ਦੇ ਨਾਲ ਹੁਣ ਇਸ ਔਖੇ ਸਮੇਂ ਦੇ ਵਿੱਚ ਇਲਾਜ ਕਰਾ ਸਕਾਂ। ਤੇ ਜਦ ਇੰਨੀ ਗੱਲ ਦੱਸੀ ਤੇ ਬਾਬਾ ਜੀ ਕਹਿਣ ਲੱਗੇ, ਕਹਿੰਦੇ ਭਾਈ ਵੀ ਤੇਰਾ ਕੰਮ ਜਿਹੜਾ ਹੈ ਨਾ ਸ਼ੁੱਧ ਹੋ ਗਿਆ ਹੈਗਾ, ਤੂੰ ਹੁਣ ਘਰ ਚਲਿਆ ਜਾ। ਜਦ ਇੰਨੀ ਗੱਲ ਹੋਈ ਤਾਂ ਉਹ ਜ਼ਿਮੀਂਦਾਰ ਮਨ 'ਚ ਬੜਾ ਹੈਰਾਨ ਹੋਇਆ, ਫਿਰ ਵਾਪਸ ਘਰ ਆਇਆ। ਜਦ ਘਰ ਆਇਆ ਤੇ ਦਾਈ ਨੇ ਹੈ ਨਾ ਉਸ ਜ਼ਿਮੀਂਦਾਰ ਨੂੰ ਵਧਾਈਆਂ ਦਿੱਤੀਆਂ ਕਿ ਤੈਨੂੰ ਵਧਾਈਆਂ, ਤੇਰੇ ਲੜਕਾ ਹੋਇਆ ਹੈਗਾ ਤੇ ਤੇਰੀ ਘਰ ਵਾਲੀ ਜਿਹੜੀ ਉਹ ਬਿਲਕੁਲ ਠੀਕ ਠਾਕ ਹੈ, ਕੇਸ ਵੀ ਜਿਹੜਾ ਬਿਲਕੁਲ ਨੋਰਮਲ ਤਰੀਕੇ ਤੇ ਵਧੀਆ ਢੰਗ ਨਾਲ ਹੋ ਗਿਆ। ਉਹ ਜ਼ਿਮੀਂਦਾਰ ਸੁਣ ਕੇ ਬੜਾ ਹੈਰਾਨ ਹੋਇਆ, ਪਰ ਮਨ ਵਿੱਚ ਇਹ ਹੈਗਾ ਕਿ ਸਾਰੀ ਜਿਹੜੀ ਕਰਾਮਾਤ ਆ ਉਸ ਮੇਰੇ ਖੇਤ ਦੇ ਕੋਲ ਬੈਠੇ ਜਿਹੜੇ ਸਾਧੂ ਮਹਾਤਮਾ ਉਹਨਾਂ ਦੇ ਕਰਕੇ ਹੀ ਹੋਈ ਆ।
ਫਿਰ ਜ਼ਿਮੀਂਦਾਰ ਨੇ ਆਪਣੀ ਘਰ ਵਾਲੀ ਜਿਹੜੀ ਇਹ ਗੱਲ ਦੱਸ ਦਿੱਤੀ ਵੀ ਇੱਥੇ ਇੱਕ ਸਾਧੂ ਬੈਠੇ ਆ, ਉਹਨਾਂ ਦੀ ਬਦੌਲਤ ਆਪਣੇ ਘਰ ਦੇ ਵਿੱਚ ਜਿਹੜੀ ਆ ਉਹ ਗਮੀ ਆ ਖੁਸ਼ੀ 'ਚ ਬਦਲ ਗਈ ਆ, ਅਤੇ ਕਿਉਂ ਨਾ ਆਪਾਂ ਉਸ ਸਾਧੂ ਦੀ ਸੇਵਾ ਕਰੀਏ। ਦੇਖੋ ਜ਼ਿਮੀਂਦਾਰ ਜਿਹੜਾ ਸੀਗਾ ਦੌੜ ਕੇ ਫਿਰ ਮਹਾਂਪੁਰਖਾਂ ਕੋਲ ਗਿਆ, ਜਾ ਕੇ ਖਬਰ ਦਿੱਤੀ ਬਾਬਾ ਜੀ ਵੀ ਮੇਰੇ ਲੜਕਾ ਹੋਇਆ। ਅਤੇ ਮਹਾਂਪੁਰਖ ਕਹਿੰਦੇ ਵੀ ਚਲੋ ਬਹੁਤ ਸੋਹਣੀ ਗੱਲ ਹੈ। ਫਿਰ ਜ਼ਿਮੀਂਦਾਰ ਕਹਿਣ ਲੱਗਾ ਬਾਬਾ ਜੀ ਇਹ ਦੱਸੋ ਕਿ ਤੁਹਾਡੇ ਸੇਵਾ ਪਾਣੀ ਵਾਸਤੇ ਕੋਈ ਮੈਂ ਕੀ ਘਰੋਂ ਲੈ ਕੇ ਆਵਾਂ। ਅਤੇ ਬਾਬਾ ਜੀ ਕਹਿਣ ਲੱਗੇ, ਕਹਿੰਦੇ ਭਾਈ ਖਾਣ ਦੀ ਤਾਂ ਕੋਈ ਇੱਛਾ ਨਹੀਂ, ਪਰ ਫਿਰ ਵੀ ਅਸੀਂ ਕਿਤੇ ਦੁੱਧ ਛਕ ਲੈਂਦੇ ਹਾਂ, ਜੇ ਤੂੰ ਦੁੱਧ ਛਕਾ ਸਕਦਾ ਤਾਂ ਠੀਕ ਆ। ਅਤੇ ਜ਼ਿਮੀਂਦਾਰ ਕਹਿਣ ਲੱਗਾ ਠੀਕ ਹੈ ਜੀ, ਮੇਰੇ ਘਰ 2 ਮੱਝਾਂ ਹੈਗੀਆਂ, ਇੱਕ ਮੱਝ ਸੂਈ ਆ, ਮੈਂ ਦੁੱਧ ਲੈ ਆਉਣਾ। ਦੇਖੋ ਜ਼ਿਮੀਂਦਾਰ ਜੇ ਅਸੀਂ ਘਰੋਂ ਦੁੱਧ ਲੈ ਆ, ਅਤੇ ਉਹਦੀ ਘਰ ਵਾਲੀ ਕਹਿੰਦੀ ਇਕੱਲਾ ਦੁੱਧ ਕੀ ਕਰੂੰਗੀ, ਨਾਲ ਪ੍ਰਸ਼ਾਦਾ ਵੀ ਤੁਸੀਂ ਲੈ ਜਾਓ। ਦੇਖੋ ਉਹ ਜਿਹੜਾ ਪ੍ਰਸ਼ਾਦਾ ਪੁਰਾਣਾ ਮਿੱਸਾ ਪਿਆ ਸੀਗਾ ਉਹ ਵੀ ਬਾਬਾ ਜੀ ਦੇ ਲੈ ਆ ਕੇ ਬਾਬਾ ਜੀ ਦੇ ਅੱਗੇ ਰੱਖ ਕੇ ਮੱਥਾ ਟੇਕਤਾ। ਬਾਬਾ ਜੀ ਨੇ ਪ੍ਰਸੰਨ ਚਿੱਤ ਦੇ ਨਾਲ ਉਹਦਾ ਦੁੱਧ ਛਕ ਲਿਆ। ਦੁੱਧ ਛਕਣ ਤੋਂ ਬਾਅਦ ਫਿਰ ਬਾਬਾ ਜੀ ਨੇ ਉਹਨੂੰ ਇਹ ਗੱਲ ਆਖੀ, ਕਹਿੰਦੇ ਭਾਈ ਕਿ ਤੂੰ ਇੱਕ ਹੋਰ ਕੰਮ ਕਰੂੰਗਾ। ਫਿਰ ਜ਼ਿਮੀਂਦਾਰ ਕਹਿੰਦਾ ਜੀ ਹੁਕਮ ਕਰੋ। ਬਾਬਾ ਜੀ ਕਹਿਣ ਲੱਗੇ ਕਿ ਕੁਛ ਦਿਨ ਸਾਡੇ ਇੱਥੇ ਰਹਿਣ ਦਾ ਵਿਚਾਰ ਵਾ, ਇਸ ਕਰਕੇ ਤੂੰ ਸਾਨੂੰ ਨਾ ਇੱਥੇ ਕੋਈ ਝੌਂਪੜੀ ਛੋਟੀ ਜਿਹੀ ਬਣਾ ਦੇ, ਜਿਹਦੇ ਵਿੱਚ ਅਸੀਂ ਬੈਠ ਕੇ ਨਾ ਭਜਨ ਬੰਦਗੀ ਕਰ ਸਕੀਏ। ਦੇਖੋ ਇੰਨੀ ਗੱਲ ਹੋਈ, ਤੇ ਜ਼ਿਮੀਂਦਾਰ ਜੀ ਨੇ 7 ਵਜਨ ਕਹਿ ਕੇ ਮੱਥਾ ਟੇਕਿਆ। ਉਸੇ ਟਾਈਮ ਹੀ ਜਿਹੜੀਆਂ ਸੀ ਥੋੜ੍ਹੀਆਂ ਲੱਕੜਾਂ ਲਿਆ ਕੇ ਸੱਟ ਕੇ ਇੱਕ ਛੋਟੀ ਜਿਹੀ ਕੁਟੀਆ ਜਿਹੜੀ ਸੀਗੀ ਉਹ ਕੱਖਾਂ ਕੰਨਿਆਂ ਦੀ ਜਿਹੜੀ ਤਿਆਰ ਕਰ ਦਿੱਤੀ। ਜਾਂ ਤਿਆਰ ਕੀਤੀ, ਜਦ ਕੁਟੀਆ ਤਿਆਰ ਹੋਈ ਤਾਂ ਬਾਬਾ ਜੀ ਨੂੰ ਕਹਿਣ ਲੱਗਾ ਦੇਖੋ ਜੀ ਤੁਹਾਡੇ ਵਾਸਤੇ ਇੱਕ ਛੋਟੀ ਕੁਟੀਆ ਕਿ ਆਪ ਜੀ ਨੂੰ ਕਿਹੋ ਜਿਹੀ ਲੱਗੀ। ਬਾਬਾ ਜੀ ਜਿਹੜੇ ਸੀ ਉਹ ਪ੍ਰਸੰਨ ਕਹਿੰਦੇ ਬਹੁਤ ਵਧੀਆ ਹੈਗੀ, ਬਹੁਤ ਸੋਹਣੀ ਬਣਾਈ। ਫਿਰ ਜ਼ਿਮੀਂਦਾਰ ਕਹਿਣ ਲੱਗਾ ਜੀ ਕੋਈ ਹੋਰ ਸੇਵਾ ਤਾਂ ਦੱਸੋ। ਅਤੇ ਫਿਰ ਬਾਬਾ ਜੀ ਕਹਿਣ ਲੱਗੇ ਬਈ ਇਸ ਤਰ੍ਹਾਂ ਕਰ, ਇੱਕ ਨਾ ਜਿਹੜਾ ਪਾਣੀ ਦਾ ਘੜਾ ਲਿਆ ਕੇ ਇਸ ਕੁਟੀਆ 'ਚ ਰੱਖ ਦੇ। ਲਓ ਜੀ ਉਹ ਜ਼ਿਮੀਂਦਾਰ ਘਰ ਗਿਆ, ਇੱਕ ਘੜਾ ਪਾਣੀ ਦਾ ਜਿਹੜਾ ਸੀ ਭਰ ਕੇ ਕੁਟੀਆ 'ਚ ਰੱਖ ਦਿੱਤਾ। ਅਤੇ ਫਿਰ ਬਾਬਾ ਜੀ ਨੂੰ ਪੁੱਛਿਆ ਬਾਬਾ ਜੀ ਵੀ ਹੋਰ ਦੱਸੋ ਮੈਂ ਕੀ ਕਰਾਂ। ਅਤੇ ਬਾਬਾ ਜੀ ਕਹਿਣ ਲੱਗੇ ਵੀ ਹੁਣ ਕੋਈ ਨਹੀਂ, ਹੁਣ ਤੂੰ ਇਹ ਗੱਲ ਕਰੀ ਵੀ ਜਦੋਂ ਅਸੀਂ ਕੁਟੀਆ 'ਚ ਬੈਠ ਗਏ ਤੂੰ ਕਿਸੇ ਕੋਲ ਖਬਰ ਨਹੀਂ ਕਰਨੀ, ਨਾ ਕਿਸੇ ਨੂੰ ਦੱਸਣਾ ਕਿ ਇੱਥੇ ਕੋਈ ਅਸੀਂ ਇਹ ਨਾ ਬੈਠ ਕੇ ਭਜਨ ਬੰਦਗੀ ਕਰਦੇ ਹਾਂ। ਫਿਰ ਉਹ ਜ਼ਿਮੀਂਦਾਰ ਕਹਿਣ ਲੱਗਾ ਬਾਬਾ ਜੀ ਜੋ ਤੁਸੀਂ ਇੱਥੇ ਬੈਠੋਗੇ ਮੈਂ ਤੇ ਤੁਹਾਡੇ ਖਾਣ ਪੀਣ ਵਾਸਤੇ ਮੈਨੂੰ ਹੁਕਮ ਕਰੋ, ਮੈਂ ਕੁਛ ਲੈ ਕੇ ਆਵਾਂ। ਬਾਬਾ ਜੀ ਕਹਿਣ ਲੱਗੇ ਸਾਨੂੰ ਕੋਈ ਇੱਛਾ ਨਹੀਂ, ਜਦ ਤੱਕ ਕਿਸੇ ਭਜਨ ਬੰਦਗੀ ਕਰਦੇ ਹਾਂ ਸਾਨੂੰ ਕੋਈ ਇੱਛਾ ਨਹੀਂ। ਪਰ ਜ਼ਿਮੀਂਦਾਰ ਦੇ ਜ਼ਿਆਦਾ ਕਹਿਣ 'ਤੇ ਬਾਬਾ ਜੀ ਕਹਿਣ ਲੱਗੇ ਚੱਲ ਇਸ ਤਰ੍ਹਾਂ ਕਰ, ਜੇ ਤੂੰ ਜ਼ਿਆਦਾ ਕਹਿੰਦਾ ਤਾਂ ਥੋੜ੍ਹਾ ਜਿਹਾ ਦੁੱਧ ਲੈ ਕਰ ਅਤੇ ਨਾਲ ਇੱਕ ਪ੍ਰਸ਼ਾਦਾ ਲੈ ਕਰ, ਅਤੇ ਇੱਥੇ ਨਾ ਕੁਟੀਆ ਦੇ ਬਾਹਰ ਬਾਬਾ ਜੀ ਨੇ ਇੱਕ ਨਿਸ਼ਾਨਦੇਹੀ ਦੇ ਦਿੱਤੀ ਵੀ ਇੱਥੇ ਰੱਖ ਜਾ ਕਰ, ਪਰ ਸਾਡੇ ਪਾਸ ਨਹੀਂ ਆਉਣਾ ਜਦ ਤੱਕ ਅਸੀਂ ਇੱਥੇ ਬੈਠੇ ਹਾਂ। ਦੇਖੋ ਜੀ ਜ਼ਿਮੀਂਦਾਰ ਨੇ ਘਰ ਜਾਣਾ, ਇੱਕ ਦੁੱਧ ਥੋੜ੍ਹਾ ਲੈ ਆਉਣਾ ਸਵੇਰੇ ਅਤੇ ਨਾਲ ਇੱਕ ਰੋਟੀ ਲੈ ਆਉਣੀ ਅਤੇ ਬਾਹਰ ਰੱਖ ਦੇਣੀ। ਕੁਛ ਦਿਨ ਇਸ ਤਰ੍ਹਾਂ ਚੱਲਦਾ ਰਿਹਾ। ਚੱਲਦੇ ਚੱਲਦੇ ਇੱਕ ਦਿਨ ਕੀ ਹੋਇਆ, ਜ਼ਿਮੀਂਦਾਰ ਜਿਹੜਾ ਸੀਗਾ ਉਹ ਆਪਣੇ ਪਸ਼ੂਆਂ ਦੇ ਵਾਸਤੇ ਕੀਲੇ ਗੱਡਣ ਵਾਸਤੇ ਸੱਬਲ ਦੇ ਨਾਲ ਘਰ ਮਿੱਟੀ ਪੱਟ ਰਿਹਾ ਸੀਗਾ। ਜਦ ਮਿੱਟੀ ਪੱਟ ਰਿਹਾ ਸੀਗਾ ਉਹਦੀ ਜਿਹੜੀ ਲੋਹੇ ਦੀ ਸੱਬਲ ਸੀਗੀ ਹੈ ਨਾ, ਇੱਕ ਮਿੱਟੀ ਪੱਟਦਿਆਂ ਕਿਸੇ ਬਰਤਨ ਦੇ ਨਾਲ ਟਕਰਾਈ, ਅਤੇ ਜਦ ਉਹ ਜ਼ਿਮੀਂਦਾਰ ਨੇ ਮਿੱਟੀ ਪੱਟ ਕੇ ਦੇਖਿਆ ਤਾਂ ਥੱਲੋਂ ਇੱਕ ਬਰਤਨ ਨਿਕਲਿਆ ਜਿਹੜਾ ਮੋਹਰਾਂ ਦੇ ਨਾਲ ਭਰਿਆ ਪਿਆ ਸੀ, ਧਨ ਦੌਲਤ ਪੈਸੇ ਨਾਲ। ਇਹ ਦੇਖ ਕੇ ਜਿਹੜਾ ਜ਼ਿਮੀਂਦਾਰ ਸੀ ਬੜਾ ਹੈਰਾਨ ਹੋਇਆ ਅਤੇ ਖੁਸ਼ ਵੀ ਬੜਾ ਹੋਇਆ। ਉਹ ਦਿਨ ਹੀ ਫਿਰ ਯਕਦਮ ਜਦੋਂ ਦੁੱਧ ਲੈ ਕੇ ਅਤੇ ਰੋਟੀ ਲੈ ਕੇ ਬਾਬਾ ਜੀ ਦੇ ਪਾਸ ਗਿਆ, ਜਦ ਕੀ ਦੇਖਿਆ ਤਾਂ ਬਾਬਾ ਮਹਾਰਾਮ ਸੋਹਣੀ ਜਿਹੜੇ ਸੀ ਕੁਟੀਆ 'ਚੋਂ ਬਾਹਰ ਆ ਕੇ ਬੈਠੇ। ਜਦ ਬਾਹਰ ਆ ਕੇ ਬੈਠੇ ਉਹ ਜ਼ਿਮੀਂਦਾਰ ਨੇ ਆ ਕੇ ਜਦ ਮੱਥਾ ਟੇਕਿਆ ਅਤੇ ਬਾਬਾ ਜੀ ਨੇ ਪੁੱਛਿਆ ਵੀ ਜਿਹੜਾ ਤੇਰੇ ਲੜਕਾ ਹੋਇਆ ਉਹਦਾ ਕੀ ਨਾਂ ਹੈਗਾ। ਉਹ ਜ਼ਿਮੀਂਦਾਰ ਕਹਿਣ ਲੱਗਾ ਜੀ ਨਾਂ ਤਾਂ ਤੁਸੀਂ ਆਪ ਹੀ ਰੱਖਣਾ ਹੈਗਾ। ਅਤੇ ਜਦ ਇੰਨੀ ਗੱਲ ਹੋਈ ਤਾਂ ਬਾਬਾ ਜੀ ਕਹਿਣ ਲੱਗੇ ਅਸੀਂ ਨਾਮ ਤਾਂ ਇਹਦਾ ਉਦੋਂ ਹੀ ਰੱਖ ਦਿੱਤਾ ਸੀਗਾ ਜਦੋਂ ਤੈਨੂੰ ਜਿਹੜਾ ਪੈਸਿਆਂ ਵਾਲਾ ਘੜਾ ਜਿਹੜਾ ਸੀ ਉਹ ਮਿਲਿਆ ਸੀ। ਜਦ ਇੰਨੀ ਗੱਲ ਹੋਈ ਆ ਤਾਂ ਉਹ ਫਿਰ ਜ਼ਿਮੀਂਦਾਰ ਜਿਹੜਾ ਸੀ ਮਨ 'ਚ ਹੈਰਾਨ ਵੀ ਬੜਾ ਹੋਇਆ ਕਿ ਮਹਾਂਪੁਰਖ ਕਿਵੇਂ ਪਤਾ ਕਰ ਲੈਂਦੇ ਆ ਕਿ ਮੈਨੂੰ ਇਸ ਤਰ੍ਹਾਂ ਦਾ ਘੜਾ ਮਿਲਿਆ। ਪਰ ਹੀ ਸੋਚ ਵਿਚਾਰ ਕੇ ਜ਼ਿਮੀਂਦਾਰ ਦੇ ਮਨ ਦੇ ਵਿੱਚ ਇਹ ਆਈ ਵੀ ਮੇਰੇ ਘਰ ਦੇ ਵਿੱਚ ਜਿਹੜੀ ਤਬਦੀਲੀ ਇਹਨਾਂ ਮਹਾਂਪੁਰਖਾਂ ਕਰਕੇ ਆਈ ਆ ਕਿ ਮੇਰੀ ਜਿਹੜੀ ਘਰ ਵਾਲੀ ਸੀ ਉਹ ਢਿੱਲੀ ਸੀਗੀ, ਬੱਚੇ ਦੀ ਮੁਸ਼ਕਲ ਸੀਗੀ, ਉਹ ਵੀ ਇਹਨਾਂ ਦੀ ਕਿਰਪਾ ਦੇ ਨਾਲ ਲੜਕਾ ਹੋਇਆ, ਸੁੰਦਰ ਹੋਇਆ ਅਤੇ ਮਹਾਂਪੁਰਖਾਂ ਦੀ ਸੇਵਾ ਕੀਤੀ ਆ। ਹੁਣ ਦੇਖੋ ਪੈਸਿਆਂ ਵੱਲੋਂ ਵੀ ਤੰਗੀ ਨਹੀਂ ਆਈ, ਘੜਾ ਵੀ ਮਿਲ ਗਿਆ। ਇਹ ਸਾਰੀ ਜਿਹੜੀ ਕਿਰਪਾ ਹੈ ਨਾ ਇਹਨਾਂ ਮਹਾਂਪੁਰਖਾਂ ਦੀ ਹੈਗੀ ਆ। ਜਦ ਇਸ ਤਰ੍ਹਾਂ ਹੋਈ ਆ ਅਤੇ ਫਿਰ ਬਾਬਾ ਜੀ ਨੂੰ ਕਹਿਣ ਲੱਗਾ ਬਾਬਾ ਜੀ ਮੇਰੇ ਬੱਚੇ ਦਾ ਦੱਸੋ ਕੀ ਨਾਂ ਰੱਖਿਆ ਤੁਸੀਂ। ਅਤੇ ਬਾਬਾ ਜੀ ਕਹਿਣ ਲੱਗੇ ਤੂੰ ਆਪੇ ਸਮਝ ਲਾ ਕਿ ਜਿਹੜਾ ਬੱਚਾ ਤੇਰੇ ਜੰਮਣ ਦੇ ਟਾਈਮ ਤੈਨੂੰ ਪੈਸਿਆਂ ਦਾ ਘੜਾ ਲਿਆ ਸਕਦਾ ਤੂੰ ਤੇਰੇ ਵਾਸਤੇ ਕੀ ਨਹੀਂ ਕਰ ਸਕਦਾ। ਜਦ ਇੰਨੀ ਗੱਲ ਹੋਈ ਤਾਂ ਦੇਖੋ ਉਹ ਜ਼ਿਮੀਂਦਾਰ ਨੇ ਫਿਰ ਬਾਬਾ ਜੀ ਨੂੰ ਮੱਥਾ ਟੇਕਿਆ। ਬਾਬਾ ਜੀ ਕਹਿਣ ਲੱਗੇ ਕਹਿੰਦੇ ਭਾਈ ਹੁਣ ਇਹ ਜਿਹੜੀ ਕੁਟੀਆ ਹੈਗੀ ਆ ਇਸ ਨੂੰ ਤੂੰ ਇਸ ਤਰ੍ਹਾਂ ਕਰ, ਇਹਨੂੰ ਖੋਲ੍ਹ ਕੇ ਇੱਕ ਪਾਸੇ ਰੱਖ ਦੇ ਅਤੇ ਅਸੀਂ ਇੱਥੋਂ ਚਲੇ ਚੱਲਦੇ ਹਾਂ। ਪਰ ਉਹ ਜ਼ਿਮੀਂਦਾਰ ਨੇ ਬੜਾ ਬਰਾਗ ਕੀਤਾ ਕਿ ਬਾਬਾ ਜੀ ਕੁਛ ਟਾਈਮ ਰੁਕੋ। ਪਰ ਬਾਬਾ ਜੀ ਕਹਿਣ ਲੱਗੇ ਨਹੀਂ ਭਾਈ ਹੁਣ ਰੱਬ ਦਾ ਹੁਕਮ ਹੈਗਾ, ਹੁਣ ਅਸੀਂ ਅੱਗੇ ਚਲੇ ਚੱਲਦੇ ਹਾਂ। ਉਸ ਤੋਂ ਬਾਅਦ ਹੈ ਨਾ ਬਾਬਾ ਜੀ ਉੱਥੋਂ ਜਿਹੜੇ ਸੀ ਅੱਗੇ ਤੁਰ ਪਏ। ਜਦ ਅੱਗੇ ਤੁਰੇ ਇੱਕ ਇਕਾਂਤ ਜਗ੍ਹਾ ਦੇਖੇ ਉੱਥੇ ਬਾਬਾ ਜੀ ਨੇ ਇੱਕ ਚੌਂਕੜਾ ਲਾਇਆ। ਜਦ ਚੌਂਕੜਾ ਲਾ ਕੇ ਬੈਠੇ ਉੱਥੇ ਹੈ ਨਾ ਫਿਰ 2 ਵਿਦਵਾਨ ਜਿਹੜੇ ਸੀਗੇ ਉਹ ਮਹਾਂਪੁਰਖ ਉਹ ਬਾਬਾ ਜੀ ਦੇ ਪਾਸ ਆ ਗਏ। ਜਦ ਪਾਸ ਆਏ ਤਾਂ ਉਹਨਾਂ ਨੇ ਹੈ ਨਾ ਬਾਬਾ ਜੀ ਦਾ ਜਦ ਪਹਿਰਾਵਾ ਦੇਖਿਆ ਮਨ 'ਚ ਅੰਦਾਜ਼ਾ ਲਾਉਣ ਲੱਗੇ ਵੀ ਸਾਧੂ ਬੈਠਾ ਹੈਗਾ, ਲੇਕਿਨ ਪਹਿਰਾਵਾ ਇਹਨਾਂ ਦਾ ਇੱਦਾਂ ਵੀ ਪਛਾਣ ਨਹੀਂ ਹੁੰਦਾ ਵੀ ਇਹ ਕਿਸ ਮੱਤ ਦੇ ਧਾਰਨੀ ਆ।
ਫਿਰ ਉਹਨਾਂ ਨੇ ਬਾਬਾ ਜੀ ਦੇ ਚੌਂਕੜਾ ਜਿਹੜਾ ਆਪਣੇ ਮਹਾਂਪੁਰਖ ਲਾਉਂਦੇ ਹੁੰਦੇ ਉਹ ਤੋਂ ਅੰਦਾਜ਼ਾ ਲਾਇਆ ਵੀ ਦੇਖੀਏ ਮਹਾਂਪੁਰਖਾਂ ਨੇ ਕਿਹੋ ਜਿਹਾ ਚੌਂਕੜਾ ਲਾਇਆ ਜੇ ਤਾਂ ਸਾਨੂੰ ਪਤਾ ਲੱਗੇ ਵੀ ਇਹ ਕਿਸ ਮੱਤ ਦੇ ਧਾਰਨੀ ਆ। ਜਦ ਇੰਨੀ ਗੱਲ ਹੋਈ ਆ ਤਾਂ ਫਿਰ ਉਹਨਾਂ ਨੇ ਫਿਰ ਦੇਖਿਆ ਕਿ ਬਾਬਾ ਜੀ ਦਾ ਜਿਹੜਾ ਚੌਂਕੜਾ ਸੀਗਾ ਕੋਈ ਖਾਸ ਨਹੀਂ ਸੀ। ਕਿਉਂ? ਸੰਤ ਮਹਾਂਪੁਰਖ ਬਾਬਾ ਹਰਨਾਮ ਸੋਹਣੀ ਜਿਸ ਜਗ੍ਹਾ ਜਿਸ ਵੀ ਸਥਾਨ 'ਤੇ ਜਿਸ ਤਰ੍ਹਾਂ ਬਹਿ ਜਾਂਦੇ ਸੀ ਉਸੇ ਤਰ੍ਹਾਂ ਬਹਿ ਜਾਂਦੇ ਸੀ। ਜਦ ਉਹਨਾਂ ਨੇ ਦੇਖਿਆ ਵੀ ਸਾਡੀ ਸਮਝ 'ਚ ਨਹੀਂ ਆਇਆ, ਫਿਰ ਉਹਨੇ ਦੋਨਾਂ ਨੇ ਆਪ ਹੀ ਮਹਾਂਪੁਰਖ ਨੂੰ ਪੁੱਛ ਲਿਆ। ਕਹਿੰਦੇ ਮਹਾਂਪੁਰਖੋ ਵੀ ਤੁਸੀਂ ਇਹ ਦੱਸੋ ਕਿ ਤੁਸੀਂ ਕਿਸ ਮੱਤ ਦੇ ਧਾਰਨੀ ਆ। ਜਦ ਇੰਨੀ ਗੱਲ ਹੋਈ ਤਾਂ ਫਿਰ ਬਾਬਾ ਹਰਨਾਮ ਸੋਹਣੇ ਕਿਹਾ ਸੀਗਾ, ਕਹਿੰਦੇ ਭਾਈ ਅਸੀਂ ਨਾਨਕ ਪੰਥੀ ਹਾਂ, ਧੰਨ ਗੁਰੂ ਨਾਨਕ ਸਾਹਿਬ ਦੇ ਮੱਤ ਦੇ ਧਾਰਨੀ ਆ। ਜਦ ਇੰਨੀ ਗੱਲ ਹੋਈ ਤਾਂ ਫਿਰ ਉਹ ਜਿਹੜੇ ਦੋਨੇ ਸੀਗੇ ਉਹ ਜਿਹੜੇ ਸੀ ਮਹਾਂਪੁਰਖਾਂ ਦੇ ਕੋਲ ਬੈਠ ਗਏ। ਜਦ ਬੈਠ ਕੇ ਫਿਰ ਉਹਨਾਂ ਨੇ ਮਹਾਂਪੁਰਖਾਂ ਨੂੰ ਪੁੱਛਿਆ ਵੀ ਮਹਾਂਪੁਰਖ ਸਾਨੂੰ ਇਹ ਦੱਸੋ ਕਿ ਤੁਸੀਂ ਯੋਗ ਸਾਧਨਾ ਕਿਹੜੀ ਕਰਦੇ ਆ। ਅਤੇ ਬਾਬਾ ਜੀ ਨੇ ਕਿਹਾ ਵੀ ਯੋਗ ਸਾਧਨਾ ਅਸੀਂ ਕੀ ਕਰਨੀ, ਅਸੀਂ ਤਾਂ ਇਕੱਲਾ ਨਾਮ ਜਪਦੇ ਹਾਂ। ਜਦ ਇਸ ਤਰ੍ਹਾਂ ਦੀ ਵਿਚਾਰ ਜਿਹੜੀ ਸੀ ਉਹ ਬਾਬਾ ਜੀ ਨੇ ਰੱਖੀ ਸੀ ਤਾਂ ਫਿਰ ਉਹਨਾਂ ਨੇ ਕਿਹਾ ਸੀਗਾ ਵੀ ਜਦ ਤੱਕ ਜਿਹੜਾ ਇਨਸਾਨ ਹੈ ਯੋਗ ਮਤ ਧਾਰਨ ਨਹੀਂ ਕਰਦਾ ਹੈਗਾ ਅਤੇ ਯੋਗ ਮਤ ਦੇ ਧਾਰਨ ਨਾ ਕਰਨ ਦੇ ਕਰਕੇ ਉਹਦੀ ਸਰੀਰ ਦੀ ਸ਼ੁੱਧੀ ਨਹੀਂ ਹੁੰਦੀ। ਅਗਰ ਸਰੀਰ ਦੀ ਸ਼ੁੱਧੀ ਨਹੀਂ ਹੁੰਦੀ ਤਾਂ ਫਿਰ ਉਹਦਾ ਧਿਆਨ ਨਹੀਂ ਟਿਕਦਾ। ਜੇ ਧਿਆਨ ਨਹੀਂ ਟਿਕਦਾ ਤਾਂ ਕੁਛ ਜਾਣਿਆ ਨਹੀਂ ਜਾਂਦਾ ਹੈਗਾ। ਜਦ ਇਹ ਜਿਹੜੀ ਸੀ ਵਿਚਾਰ ਉਹਨਾਂ ਦੋ ਵਿਦਵਾਨਾਂ ਨੇ ਰੱਖੀ ਅਤੇ ਮਹਾਂਪੁਰਖਾਂ ਨੇ ਜਿਹੜੀ ਇਹ ਗੱਲ ਉਹਨੂੰ ਸਿੱਧੀ ਕਹਿ ਦਿੱਤੀ। ਕਹਿੰਦੇ ਭਾਈ ਨਾਮ ਦੇ ਵਿੱਚ ਸਭ ਬਰਕਤ ਹੈ, ਕਿਉਂਕਿ ਕਲਯੁਗ ਦੇ ਵਿੱਚ ਕੇਵਲ ਅਤੇ ਕੇਵਲ ਨਾਮ ਹੀ ਪ੍ਰਧਾਨ ਹੈਗਾ। ਜਿੱਥੇ ਨਾਮ ਆ ਗਿਆ ਕਹਿੰਦੇ ਉੱਥੇ ਸਭ ਕੁਛ ਆ ਗਿਆ। ਜਦ ਬਾਬਾ ਜੀ ਨੇ ਸਿੰਪਲ ਉਹਨੂੰ ਜਵਾਬ ਦੇ ਦਿੱਤਾ, ਫਿਰ ਉਹਨਾਂ ਨੇ ਬਾਬਾ ਜੀ ਨੇ ਇਹ ਗੱਲ ਆਖੀ, ਕਹਿੰਦੇ ਮਹਾਂਪੁਰਖੋ ਕਰਮ ਤਾਂ ਕਰਨਾ ਹੀ ਪੈਣਾ ਹੈਗਾ, ਬਿਨਾਂ ਕਰਮ ਕੀਤਿਆਂ ਤੋਂ ਪਰਮੇਸ਼ਰ ਦੀ ਪ੍ਰਾਪਤੀ ਨਹੀਂ ਹੁੰਦੀ। ਅਤੇ ਬਾਬਾ ਜੀ ਕਹਿਣ ਲੱਗੇ, ਕਹਿੰਦੇ ਕਰਮ ਕੀਤਾ ਤੁਹਾਡਾ ਕੀ ਕਰੂਗਾ, ਜਿਹੜਾ ਕਰਮ ਜਿਹੜਾ ਹੈਗਾ ਤੁਹਾਨੂੰ ਪਰਮੇਸ਼ਰ ਤੋਂ ਦੂਰ ਕਰ ਦੇਵੇ। ਅਸਲ ਦੇ ਵਿੱਚ ਉਹੀ ਕਰਮ ਜਿਹੜਾ ਸੱਚਾ ਕਰਮ ਮੰਨਿਆ ਜਾਂਦਾ ਹੈਗਾ, ਜਿਹੜਾ ਕਰਮ ਜਿਹੜਾ ਹੈਗਾ ਨਿਸ਼ਕਾਮ ਹੋਵੇ। ਜਿਹੜਾ ਨਿਸ਼ਕਾਮ ਕਰਮ ਪਰਮਾਤਮਾ ਨੂੰ ਮੁੱਖ ਰੱਖ ਕੇ ਕੀਤਾ ਜਾਂਦਾ ਉਹਦੇ ਵਿੱਚ ਪਰਮੇਸ਼ਰ ਦੀ ਜਿਹੜੀ ਸਫਲਤਾ ਜਾਂ ਖੁਸ਼ੀ ਆ ਉਹ ਮਿਲਦੀ ਹੈ। ਵੈਸੇ ਜੇ ਅਗਰ ਚੰਗਾ ਕੰਮ ਵੀ ਕਰੀਏ ਲੇਕਿਨ ਚੰਗਾ ਕਰਮ ਜੇ ਅਗਰ ਨਿਸ਼ਕਾਮ ਨਾ ਹੋਵੇ ਤਾਂ ਉਸ ਕਰਮ ਦੇ ਵਿੱਚ ਫਿਰ ਹਉਮੈ ਵੱਜ ਜਾਂਦੀ ਹੈ ਜਿਹੜੀ ਰੱਬ ਤੋਂ ਦੂਰ ਕਰ ਦਿੰਦੀ ਹੈ। ਜਦ ਇਹ ਜਿਹੜੇ ਬਚਨ ਸੀਗੇ ਫਿਰ ਮਹਾਂਪੁਰਖਾਂ ਨੇ ਉਹਨਾਂ ਦੋਨਾਂ ਦੇ ਨਾਲ ਜਿਹੜੀ ਸੀ ਉਹ ਸਾਂਝੇ ਕੀਤੇ ਆ ਅਤੇ ਕਰਨ ਤੋਂ ਬਾਅਦ ਉਹ ਜਿਹੜੇ ਦੋਨੇ ਵਿਦਵਾਨ ਸੀਗੇ ਸੰਤ ਮਹਾਂਪੁਰਖ ਬਾਬਾ ਜੀ ਦੇ ਇਹਨਾਂ ਬਚਨਾਂ ਤੋਂ ਬੜੇ ਪ੍ਰਭਾਵਿਤ ਹੋਏ। ਅਖੀਰ ਫਿਰ ਬਾਬਾ ਜੀ ਨੂੰ ਉਹਨਾਂ ਨੇ ਇਹ ਗੱਲ ਕਹਿ ਦਿੱਤੀ ਸੀ, ਕਹਿੰਦੇ ਵੀ ਚਾਹੇ ਕੋਈ ਵੀ ਵਿਅਕਤੀ ਜਿਹੜਾ ਹੈ ਨਾ ਵੱਡੀ ਤੋਂ ਵੱਡੀ ਤਾਕਤ ਜਿਹੜੀ ਹੈਗੀ ਆ ਉਹ ਹਾਸਲ ਕਰ ਲਵੇ, ਜਿਵੇਂ ਇਹ ਪੂਰੀ ਸ੍ਰਿਸ਼ਟੀ ਜਿਹੜੀ ਹੈ ਇਹਨੂੰ ਚਮੜੇ ਦੇ ਕੱਪੜੇ ਵਾਂਗੂ ਆਪਣੇ ਨਾਲ ਲਪੇਟ ਲਵੇ ਹੈ ਨਾ, ਫਿਰ ਵੀ ਕਹਿੰਦੇ ਉਹਨੂੰ ਸ਼ਾਂਤੀ ਨਹੀਂ ਆ ਸਕਦੀ। ਸ਼ਾਂਤੀ ਉਹਨੂੰ ਕੇਵਲ ਉਦੋਂ ਹੀ ਆਉਣੀ ਆ ਜਦੋਂ ਵਾਹਿਗੁਰੂ ਦਾ ਨਾਮ ਜਿਹੜਾ ਨਾ ਹਿਰਦੇ ਵਿੱਚ ਵਸ ਜਾਵੇ। ਜਦ ਤੱਕ ਹਿਰਦੇ 'ਚ ਨਾਮ ਨਹੀਂ ਵਸਦਾ ਹੈ ਨਾ ਤਦ ਤੱਕ ਸ਼ਾਂਤੀ ਜਿਹੜੀ ਹੈ ਨਾ ਕੋਹਾਂ ਦੂਰ ਤੋਂ ਇਸ ਤਰ੍ਹਾਂ ਰਹਿੰਦੀ ਹੈਗੀ ਆ ਜਿਵੇਂ ਧਰਤੀ ਤੋਂ ਆਕਾਸ਼ ਜਿਹੜਾ ਹੈ ਕੋਹਾਂ ਦੂਰ ਰਹਿੰਦਾ ਹੈਗਾ। ਜਦ ਮਹਾਂਪੁਰਖਾਂ ਨੇ ਇਸ ਤਰ੍ਹਾਂ ਦੇ ਬਚਨ ਕੀਤੇ ਫਿਰ ਉਹ ਸਾਰੇ ਜਿਹੜੇ ਸੀ ਦੋਨੇ ਉਹ ਬਹੁਤ ਜ਼ਿਆਦਾ ਪ੍ਰਭਾਵਿਤ ਹੋਏ। ਇਸ ਤਰ੍ਹਾਂ ਫਿਰ ਮਹਾਂਪੁਰਖ ਉਸ ਜਗ੍ਹਾ ਉੱਠੇ, ਇੱਕ ਜਗ੍ਹਾ ਐਸੇ ਚਲੇ ਗਏ, ਉੱਥੇ ਜਾ ਕੇ ਨਾ ਮਹਾਂਪੁਰਖਾਂ ਨੇ ਫਿਰ ਜਿਹੜੀ ਸੀ ਉੱਥੇ ਸਮਾਧੀ ਲਾਈ। ਜਦ ਸਮਾਧੀ ਲਾਈ ਆ ਅਤੇ ਉੱਥੇ ਇੱਕ ਦਰੱਖਤ ਦੇ ਥੱਲੇ ਬੈਠੇ, ਉੱਥੇ ਇੱਕ ਜ਼ਿਮੀਂਦਾਰ ਜਿਹੜਾ ਸੀਗਾ ਉਹ ਆਪਣੇ ਬਲਦ ਲੈ ਕੇ ਨਾ ਹਾਲ ਵਾਹੁਣ ਆਇਆ। ਜਦ ਹਲ ਵਾਹੁਣ ਆਇਆ ਅਤੇ ਉਹਨੇ ਹੈ ਨਾ ਬਾਬਾ ਜੀ ਨੂੰ ਸਾਧੂ ਸਮਝ ਕੇ ਜਿਹੜਾ ਸੀਗਾ ਕੋਲ ਖੜ੍ਹ ਕੇ ਬੋਲਦਾ ਆਪਣੇ ਅਤੇ ਜਦ ਨਮਸਕਾਰ ਕੀਤੀ ਅਤੇ ਬਾਬਾ ਜੀ ਨੇ ਉਹਨੂੰ ਆਖਿਆ, ਕਹਿੰਦੇ ਭਾਈ ਬਾਕੀ ਤਾਂ ਜਿੰਨੇ ਵੀ ਕਿਸਾਨ ਜ਼ਿਮੀਂਦਾਰ ਹੈ ਤਾਂ ਉਸ ਵਕਤ ਹਲ ਵਾਹੁਣ ਆ ਜਾਂਦੇ ਆ ਅਤੇ ਹੁਣ ਸੂਰਜ ਬੜਾ ਚੜ੍ਹ ਗਿਆ, ਤੂੰ ਇੰਨੇ ਚੜ੍ਹੇ ਸੂਰਜ ਤੋਂ ਬਾਅਦ ਹਲ ਵਾਹੁਣ ਆਇਆ। ਜਦ ਇੰਨੀ ਗੱਲ ਹੋਈ ਤਾਂ ਫਿਰ ਉਹ ਜਿਹੜਾ ਜ਼ਿਮੀਂਦਾਰ ਸੀ ਬਾਬਾ ਜੀ ਨੂੰ ਕਹਿਣ ਲੱਗਿਆ, ਕਹਿੰਦਾ ਮਹਾਂਪੁਰਖੋ ਕੀ ਕਰਾਂ, ਮੈਂ ਇਕੱਲਾ ਹੈਗਾ, ਇਕੱਲੇ ਦੇ ਉੱਤੇ ਹੈ ਨਾ ਕੰਮ ਦਾ ਬੜਾ ਬੋਝ ਹੈਗਾ, ਇਸ ਕਰਕੇ ਜਿਹੜਾ ਹੈ ਨਾ ਮੈਨੂੰ ਇਕੱਲੇ ਨੂੰ ਜਾਣੀ ਕਿ ਮੈਂ ਜਿੰਨਾ ਵੀ ਮਰਜ਼ੀ ਜ਼ੋਰ ਲਾਵਾਂ ਮੈਂ ਹਰੇਕ ਕੰਮ ਦੇ ਵਿੱਚ ਲੇਟ ਹੋ ਹੀ ਜਾਂਦਾ। ਜਦ ਇੰਨੀ ਗੱਲ ਹੋਈ ਤਾਂ ਫਿਰ ਬਾਬਾ ਜੀ ਉਹਦੀ ਗੱਲ ਸੁਣ ਕੇ ਚੁੱਪ ਕਰ ਗਏ। ਪਰ ਉਸ ਤੋਂ ਬਾਅਦ ਫਿਰ ਜਿਹੜਾ ਜ਼ਿਮੀਂਦਾਰ ਸੀਗਾ ਉਹ ਬਾਬਾ ਜੀ ਵੱਲ ਦੇਖੀ ਜਾਏ ਅਤੇ ਬਾਬਾ ਜੀ ਨੂੰ ਕਹਿੰਦੇ ਭਾਈ ਫਿਰ ਤੂੰ ਇਸ ਤਰ੍ਹਾਂ ਕਰ, ਆਪਣਾ ਜਾ ਕੇ ਕੰਮ ਕਰ, ਸਾਡੇ ਕੋਲ ਖੜਾ ਕੀ ਕਰਦਾ ਹੈ। ਉਹ ਜ਼ਿਮੀਂਦਾਰ ਕਹਿਣ ਲੱਗਾ, ਨਹੀਂ ਮਹਾਂਪੁਰਖੋ ਕੰਮ ਤਾਂ ਹੁੰਦੇ ਰਹਿਣਗੇ ਪਰ ਮੇਰਾ ਚਿੱਤ ਕਰਦਾ ਹੈਗਾ ਕਿ ਮੈਂ ਆਪ ਜੀ ਦੇ ਪਾਸ ਨਾ ਕੁਛ ਟਾਈਮ ਬੈਠਾ। ਇਹ ਕਹਿ ਕੇ ਹੈ ਨਾ ਜ਼ਿਮੀਂਦਾਰ ਨੇ ਜਿਹੜਾ ਸੀ ਬੋਲਦ ਹੈ ਉਹਨਾਂ ਦੇ ਵਿੱਚੋਂ ਪਜਾੜੀ ਜਿਹੜੀ ਸੀ ਲਾ ਕੇ ਇੱਕ ਪਾਸੇ ਲਾ ਦਿੱਤੀ ਅਤੇ ਆਪ ਮਹਾਂਪੁਰਖਾਂ ਦੇ ਕੋਲ ਮੱਥਾ ਟੇਕ ਕੇ ਬੈਠ ਗਿਆ। ਜਦ ਮਹਾਂਪੁਰਖਾਂ ਕੋਲ ਮੱਥਾ ਟੇਕ ਕੇ ਬੈਠਾ ਅਤੇ ਫਿਰ ਬਾਬਾ ਜੀ ਨੇ ਫਿਰ ਉਹਨੂੰ ਪੁੱਛਿਆ, ਕਹਿੰਦੇ ਭਾਈ ਸਾਨੂੰ ਇਹ ਦੱਸ ਵੀ ਤੇਰਾ ਕੰਮ ਕਾਰ ਕਿਹੋ ਜਿਹਾ ਚੱਲਦਾ ਹੈ। ਉਹ ਕਹਿਣ ਲੱਗਾ, ਜੀ ਕੰਮ ਕਾਰ ਕੀ ਚੱਲਣਾ ਹੈਗਾ, ਛੋਟੀ ਮੋਟੀ ਜ਼ਮੀਨ ਹੈਗੀ ਆ, ਗੁਜ਼ਾਰਾ ਬੜੀ ਮੁਸ਼ਕਲ ਦੇ ਨਾਲ ਹੁੰਦਾ ਹੈ ਅਤੇ ਵੈਸੇ ਵੀ ਜਿਹੜਾ ਹੈ ਨਾ ਮੇਰੇ ਖੇਤ ਸੁੱਕੇ ਆ ਕਿਉਂਕਿ ਮੀਂਹ ਪੈਣ ਨੂੰ ਢੇਰ ਹੋਇਆ ਅਤੇ ਸੁੱਕੀ ਜ਼ਮੀਨ ਨੂੰ ਵਾਹੁਣ ਦਾ ਜਿਹੜਾ ਹੈਗਾ ਕੋਈ ਫਾਇਦਾ ਨਹੀਂ ਹੈ। ਬਾਬਾ ਜੀ ਨੇ ਜਦੋਂ ਉਹਦੀਆਂ ਇਹ ਗੱਲਾਂ ਸੁਣੀਆਂ ਤਾਂ ਫਿਰ ਜਿਹੜੇ ਸੀ ਹੈ ਨਾ ਮਹਾਂਪੁਰਖ ਜਿਹੜੇ ਸੀਗੇ ਚੁੱਪ ਕਰ ਗਏ। ਜਦ ਚੁੱਪ ਕਰ ਗਏ ਤਾਂ ਉਸ ਤੋਂ ਬਾਅਦ ਫਿਰ ਉਸ ਕਿਸਾਨ ਨੇ ਨਾ ਬਾਬਾ ਜੀ ਨੂੰ ਕਹਿਣ ਲੱਗਾ, ਕਹਿੰਦਾ ਬਾਬਾ ਜੀ ਕੋਈ ਅੰਨ ਜਲ ਪਾਣੀ ਕੋਈ ਛਕਣਾ ਛਕਾਉਣਾ ਹੈਗਾ ਅਤੇ ਤੁਸੀਂ ਮੈਨੂੰ ਸੇਵਾ ਦੱਸੋ।
ਜਦ ਇੰਨੀ ਗੱਲ ਹੋਈ ਤਾਂ ਬਾਬਾ ਜੀ ਕਹਿਣ ਲੱਗੇ ਕਿ ਸਾਨੂੰ ਇੱਛਾ ਕੋਈ ਨਹੀਂ, ਪਰ ਫਿਰ ਵੀ ਅਸੀਂ ਨਾ ਕਿਤੇ ਕਿਤੇ ਦੁੱਧ ਛਕ ਲੈਂਦੇ, ਜੇ ਤੇਰੀ ਮਨ ਦੀ ਇੱਛਾ ਹੈਗੀ ਆ ਤੇ ਭਾਈ ਤੂੰ ਦੇਖ ਲਾ। ਤੇ ਫਿਰ ਜ਼ਿਮੀਂਦਾਰ ਕਹਿਣ ਲੱਗਾ ਜੀ ਗੱਲ ਇੰਨੀ ਹੈਗੀ ਆ ਕਿ ਮੈਂ ਹੈ ਨਾ ਆਪ ਜੀ ਦੇ ਪਾਸ ਥੋੜ੍ਹੇ ਟਾਈਮ ਬਾਅਦ ਦੁੱਧ ਲੈ ਕੇ ਆਉਂਦਾ, ਕਿਉਂਕਿ ਜਿਹੜੀ ਮੇਰੀ ਮੱਝ ਹੈ ਨਾ ਥੋੜ੍ਹੀ ਕਵੇਲੇ ਮਿਲਦੀ ਆ। ਜਦ ਇੰਨੀ ਗੱਲ ਹੋਈ ਤਾਂ ਬਾਬਾ ਜੀ ਜਿਹੜੀ ਹੈ ਨਾ ਉਹਦੀ ਇਹ ਗੱਲ ਸੁਣ ਕੇ ਜਿਹੜੀ ਸੀ ਚੁੱਪ ਕਰ ਗਏ। ਤੇ ਫਿਰ ਉਹ ਜ਼ਿਮੀਂਦਾਰ ਜਿਹੜਾ ਘਰ ਗਿਆ, ਘਰ ਜਾ ਕੇ ਤੇ ਫਿਰ ਉਸ ਜ਼ਿਮੀਂਦਾਰ ਨੇ ਕੀ ਕੀਤਾ, ਆਪਣੀ ਘਰ ਵਾਲੀ ਤਾਂ ਜਿਹੜੀ ਸੀਗੀ ਉਹਨੂੰ ਤਾਂ ਨਹੀਂ, ਤੇ ਉਹਦੀ ਇੱਕ ਲੜਕੀ ਸੀਗੀ ਛੋਟੀ ਬੱਚੀ, ਉਹਨੂੰ ਕਹਿ ਤਾ ਕਿ ਹੈ ਨਾ ਮੈਨੂੰ ਹੈ ਨਾ ਥੋੜ੍ਹੇ ਜਿਹੇ ਜਿਹੜੇ ਸੀਗੇ ਪ੍ਰਸ਼ਾਦੇ ਬਣਾ ਦੇ। ਜਦ ਇੰਨੀ ਗੱਲ ਹੋਈ ਹੈ ਤਾਂ ਲੜਕੀ ਕਹਿਣ ਲੱਗੀ ਵੀ ਪਾਪਾ ਜੀ ਵੀ ਦਰਅਸਲ ਗੱਲ ਇਹ ਹੈ ਵੀ ਪ੍ਰਸ਼ਾਦਾ ਤਾਂ ਜਿਹੜੀ ਹੈ ਮਾਂ ਬਣਾਉਂਦੀ ਹੈ, ਅਤੇ ਮਾਂ ਜਿਹੜੀ ਆਪਣੀ ਬਿਮਾਰ ਹੈਗੀ ਆ ਉਹ ਤਾਂ ਮੰਜੇ ਤੋਂ ਉੱਠ ਨਹੀਂ ਸਕਦੀ, ਇਸ ਕਰਕੇ ਤੁਸੀਂ ਜਿਹੜੇ ਹੈ ਨਾ ਮਾੜੇ ਮੋਟੇ ਪਹਿਲੇ ਪ੍ਰਸ਼ਾਦੇ ਪਏ ਆ ਜਿਹਨੂੰ ਅਸੀਂ ਕਹਿੰਦੇ ਆ ਮਿੱਸੇ ਪ੍ਰਸ਼ਾਦੇ, ਤੁਸੀਂ ਇਹ ਲੈ ਜਾਓ। ਦੇਖੋ ਜ਼ਿਮੀਂਦਾਰ ਥੋੜ੍ਹਾ ਜਿਹਾ ਮੱਖਣ ਅਤੇ ਥੋੜ੍ਹਾ ਜਿਹਾ ਨਾ ਮਿੱਸੇ ਪ੍ਰਸ਼ਾਦੇ ਅਤੇ ਥੋੜ੍ਹਾ ਜਿਹਾ ਦੁੱਧ ਬਾਬਾ ਜੀ ਵਾਸਤੇ ਲੈ ਆ, ਜਾ ਕੇ ਮੱਥਾ ਟੇਕਿਆ ਅਤੇ ਬਾਬਾ ਜੀ ਨੇ ਜਦ ਉਹਦੇ ਚਿਹਰੇ ਵੱਲ ਦੇਖਿਆ, ਦੇਖ ਕੇ ਕਹਿਣ ਲੱਗੇ, ਕਹਿੰਦੇ ਪੁਰਖਾ ਪ੍ਰਸ਼ਾਦੇ ਤਾਂ ਅਸੀਂ ਜਿਹੜੇ ਤੈਨੂੰ ਲਿਆਉਣ ਵਾਸਤੇ ਨਹੀਂ ਸੀ ਕਿਹਾ, ਪਰ ਤੂੰ ਆਪ ਜੇ ਆਪਣੀ ਮਰਜ਼ੀ ਨਾਲ ਲੈ ਆਇਆ ਤਾਂ ਇਸ ਤਰ੍ਹਾਂ ਕਰ, ਇੱਕ ਪ੍ਰਸ਼ਾਦਾ ਵਿੱਚੋਂ ਤੂੰ ਛਕ ਲਾ। ਜਦ ਇੰਨੀ ਗੱਲ ਹੋਈ ਜ਼ਿਮੀਂਦਾਰ ਕਹਿਣ ਲੱਗਾ ਬਾਬਾ ਜੀ ਮੇਰਾ ਛਕਣ ਨੂੰ ਦਿਲ ਨਹੀਂ ਕਰਦਾ, ਅਤੇ ਮਹਾਂਪੁਰਖ ਕਹਿਣ ਲੱਗੇ, ਕਹਿੰਦੇ ਭਾਈ ਬਚਨ ਨਹੀਂ ਮੋੜੀਦਾ ਹੁੰਦਾ, ਜਿੰਨਾ ਤੇਰਾ ਦਿਲ ਕਰਦਾ ਉਹਨਾਂ ਛਕ ਲਾ। ਉਹ ਜ਼ਿਮੀਂਦਾਰ ਨੇ ਕੀਤਾ, ਇੱਕ ਪ੍ਰਸ਼ਾਦਾ ਛਕ ਲਿਆ ਤਾਂ ਅੱਧਾ ਪ੍ਰਸ਼ਾਦਾ ਜਿਹੜਾ ਸੀ ਕੋਲ ਰੱਖ ਲਿਆ। ਜਦ ਕੋਲ ਰੱਖਾ ਅਤੇ ਫਿਰ ਜਿਹੜਾ ਸੀਗਾ ਉਹ ਮੱਥਾ ਟੇਕ ਕੇ ਨਾ ਘਰ ਚਲੇ ਗਿਆ। ਜਦ ਘਰ ਚਲੇ ਗਿਆ ਤਾਂ ਫਿਰ ਥੋੜ੍ਹੇ ਬਾਅਦ ਫਿਰ ਉਹ ਦੁਬਾਰਾ ਦੁੱਧ ਲੈ ਕੇ ਆਇਆ। ਜਦ ਦੁੱਧ ਲੈ ਕੇ ਆਇਆ ਅਤੇ ਬਾਬਾ ਜੀ ਨੇ ਉਹਨੂੰ ਪੁੱਛਿਆ, ਕਹਿੰਦੇ ਵੀ ਸਾਨੂੰ ਇਹ ਦੱਸ ਵੀ ਜਿਹੜੀ ਤੇਰੇ ਘਰੋਂ ਉਹਦਾ ਕੀ ਹਾਲ ਹੈ। ਜਦ ਇੰਨੀ ਗੱਲ ਹੋਈ ਤਾਂ ਜ਼ਿਮੀਂਦਾਰ ਭੁੱਬਾ ਮਾਰ ਕੇ ਰੋ ਪਿਆ। ਬਾਬਾ ਜੀ ਕਹਿਣ ਲੱਗੇ ਗੱਲ ਕੀ ਹੋਈ। ਉਹ ਕਹਿਣ ਲੱਗਾ ਬਾਬਾ ਜੀ ਕੀ ਦੱਸਾਂ, ਮੇਰੀ ਘਰ ਵਾਲੀ ਤਾਂ ਇੰਨੀ ਬਿਮਾਰ ਆ ਕਿ ਬਸ ਹੁਣ ਤਾਂ ਮੰਜੇ 'ਤੇ ਬੇਹੋਸ਼ ਪਈ ਆ, ਅਤੇ ਅੱਜ ਗਈ ਭਲਕੇ ਗਈ, ਕਹਿੰਦੇ ਮੈਨੂੰ ਹੁਣ ਕੋਈ ਪਤਾ ਨਹੀਂ ਹੈਗਾ, ਉਹ ਤਾਂ ਗਿਣਤੀ ਦੇ ਸਾਹ ਜਿਹੜੇ ਉਹ ਗਿਣ ਰਹੀ ਆ। ਜਦ ਇੰਨੀ ਗੱਲ ਹੋਈ ਤਾਂ ਬਾਬਾ ਜੀ ਨੂੰ ਦੇਖੋ ਉਹਦੇ ਮਿੱਠੇ ਪ੍ਰਸ਼ਾਦੇ ਜਿਹੜੇ ਉਹਨੇ ਪ੍ਰੇਮ ਨਾਲ ਛਕਾਏ ਸੀ ਅਤੇ ਜਿਸ ਭਾਵਨਾ ਨਾਲ ਛਕਾਏ ਸੀ, ਉਸ ਭਾਵਨਾ ਦੇ ਉੱਤੇ ਹੈ ਨਾ ਮਹਾਂਪੁਰਖਾਂ ਨੂੰ ਤਰਸ ਆ ਗਿਆ। ਉਹ ਕਹਿਣ ਲੱਗੇ, ਕਹਿੰਦੇ ਭਾਈ ਇੱਦਾਂ ਕਰ ਵੀ ਤੂੰ ਆ ਜਿਹੜਾ ਅੱਧਾ ਪ੍ਰਸ਼ਾਦਾ ਹੈ ਨਾ ਘਰ ਲੈ ਜਾ ਅਤੇ ਆਪਣੀ ਘਰ ਵਾਲੀ ਨੂੰ ਖਿਲਾ ਦੇ। ਜਦ ਇੰਨੀ ਗੱਲ ਹੋਈ ਤਾਂ ਉਹ ਜ਼ਿਮੀਂਦਾਰ ਕਹਿਣ ਲੱਗਾ ਬਾਬਾ ਜੀ ਵੀ ਉਹ ਤਾਂ ਜਿਹੜੀ ਹੈਗੀ ਆ ਐਸੇ ਕਰਮਾਂ ਦੀ ਮਾੜੀ ਆ ਕਿ ਉਹ ਤਾਂ ਬੇਹੋਸ਼ ਪਈ ਮੰਜੇ ਤੋਂ ਉੱਠ ਨਹੀਂ ਸਕਦੀ। ਅਤੇ ਬਾਬਾ ਜੀ ਕਹਿਣ ਲੱਗੇ ਜਦੋਂ ਤੂੰ ਪ੍ਰਸ਼ਾਦਾ ਘਰ ਲੈ ਕੇ ਜਾਊਂਗਾ ਹੈ ਨਾ ਉਹ ਤੇ ਤੋਂ ਆਪ ਆਵਾਜ਼ ਮਾਰ ਕੇ ਛਕ ਲਊਗੀ। ਜਦ ਇੰਨੀ ਗੱਲ ਹੋਈ ਬਸ ਫੇਰ ਕੀ ਸੀ, ਜ਼ਿਮੀਂਦਾਰ ਦੇ ਅੱਖਾਂ 'ਚ ਚਮਕ ਆ ਗਈ। ਜਦ ਉਹ ਘਰ ਗਿਆ ਤਾਂ ਉਹਦੀ ਲੜਕੀ ਨੇ ਜਦ ਜ਼ਿਮੀਂਦਾਰ ਨੂੰ ਘਰ ਆਉਂਦਾ ਦੇਖਿਆ ਤਾਂ ਕਹਿਣ ਲੱਗੀ, ਕਹਿੰਦੀ ਵੀ ਤੁਸੀਂ ਬਹੁਤ ਲੇਟ ਹੋ ਗਏ ਆ, ਕਹਿੰਦੀ ਵੀ ਮੇਰੀ ਜਿਹੜੀ ਮਾਂ ਹੈਗੀ ਉਹਨੇ ਤੁਹਾਨੂੰ ਬੁਲਾਇਆ ਹੈ। ਜਦ ਇਹ ਗੱਲ ਜ਼ਿਮੀਂਦਾਰ ਨੇ ਆਪਣੇ ਕੰਨਾਂ 'ਚ ਸੁਣੀ ਅਤੇ ਖੁਸ਼ੀ ਹੋਰ ਵੱਧ ਗਈ। ਜਦ ਘਰ ਵਾਲੀ ਦੇ ਕੋਲ ਗਿਆ ਤਾਂ ਉਹਦੇ ਘਰ ਵਾਲੀ ਕਹਿਣ ਲੱਗੀ ਕਿ ਮੈਨੂੰ ਹੁਣ ਬੜੀ ਭੁੱਖ ਲੱਗੀ ਆ, ਮੈਨੂੰ ਹੁਣ ਥੋੜ੍ਹਾ ਜਿਹਾ ਪ੍ਰਸ਼ਾਦਾ ਛਕਣ ਨੂੰ ਦਿਲ ਕਰਦਾ। ਸੋ ਜ਼ਿਮੀਂਦਾਰ ਜਿਹੜਾ ਅੱਧਾ ਬਚਿਆ ਪ੍ਰਸ਼ਾਦਾ ਸੀਗਾ ਆਪਣੀ ਘਰ ਵਾਲੀ ਨੂੰ ਖਿਲਾ ਦਿੱਤਾ। ਜਦ ਪ੍ਰਸ਼ਾਦਾ ਖਿਲਾਇਆ ਅਤੇ ਦੇਖੋ ਪ੍ਰਸ਼ਾਦਾ ਛਕਣ ਤੋਂ ਬਾਅਦ ਉਹਦੇ ਵਿੱਚ ਬਿਜਲੀ ਵਰਗਾ ਕਰੰਟ ਉਹਦੇ ਸਰੀਰ 'ਚ ਆ ਗਿਆ ਤਾਂ ਬਿਲਕੁਲ ਨਿਰੋਗ ਹੋ ਗਈ। ਜਦ ਨਿਰੋਗ ਹੋਈ ਆ ਤਾਂ ਫਿਰ ਇਹ ਜਿਹੜੀ ਘਟਨਾ ਸੀਗੀ ਅਤੇ ਉਹ ਜ਼ਿਮੀਂਦਾਰ ਨੂੰ ਉਹਦੀ ਘਰਵਾਲੀ ਨੇ ਇਹ ਦੱਸੀ ਆ ਕਿ ਕੋਈ ਇਸ ਤਰ੍ਹਾਂ ਦਾ ਮਹਾਂਪੁਰਖ ਜਿਹੜਾ ਸੀਗਾ ਮੇਰੇ ਪਾਸ ਆਇਆ, ਉਹਨਾਂ ਨੇ ਆ ਕੇ ਹੈ ਨਾ ਮੇਰੇ ਜਿਹੜਾ ਮਸਤਕ ਆ ਉੱਤੇ ਹੱਥ ਰੱਖਿਆ ਜਦੋਂ ਮੈਂ ਬੇਹੋਸ਼ ਸੀਗੀ, ਅਤੇ ਉਸ ਤੋਂ ਬਾਅਦ ਜਿਹੜੇ ਸੀ ਮਹਾਤਮਾ ਚਲੇ ਗਏ। ਉਹਨਾਂ ਦੇ ਮਸਤਕ ਰੱਖਣ ਦੇ ਨਾਲ ਹੀ ਆ ਮੈਨੂੰ ਇਸ ਤਰ੍ਹਾਂ ਮਹਿਸੂਸ ਹੋਇਆ ਕਿ ਜਿਵੇਂ ਮੇਰੇ ਅੰਦਰ ਕਰੋੜਾਂ ਬਿਜਲੀਆਂ ਵਰਗਾ ਕਰੰਟ ਪੈ ਗਿਆ ਹੁੰਦਾ ਹੈ ਅਤੇ ਮੇਰੀ ਸਾਰੀ ਬਿਮਾਰੀ ਜਿਹੜੀ ਦੂਰ ਹੋ ਗਈ ਆ। ਅਤੇ ਕਹਿੰਦੀ ਵੀ ਉਸ ਤੋਂ ਬਾਅਦ ਜਦ ਮੈਨੂੰ ਹੋਸ਼ ਆਈ ਮੈਂ ਦੇਖਿਆ ਤਾਂ ਇੱਥੇ ਕੁਛ ਵੀ ਨਹੀਂ ਸੀ, ਮੈਂ ਅਤੇ ਢੱਡੀ ਬੱਚੀ ਦੋਨੇ ਜਣੀਆਂ ਸੀਗੀਆਂ। ਅਤੇ ਉਸ ਤੋਂ ਬਾਅਦ ਫਿਰ ਮੈਂ ਭੁੱਖ ਬੜੀ ਮਹਿਸੂਸ ਕੀਤੀ ਵੀ ਮੇਰਾ ਹੈ ਨਾ ਪ੍ਰਸ਼ਾਦਾ ਛਕਣ ਨੂੰ ਦਿਲ ਕਰਦਾ, ਅਤੇ ਜਿਹੜਾ ਤੁਸੀਂ ਅੱਧਾ ਪ੍ਰਸ਼ਾਦਾ ਲੈ ਆਏ ਆ। ਜਦ ਇਹ ਗੱਲ ਹੋਈ ਫਿਰ ਜ਼ਿਮੀਂਦਾਰੀ ਸਾਰੀ ਗੱਲ ਜਿਹੜੀ ਸੀ ਉਹ ਮਨ ਦੇ ਵਿੱਚ ਉਹਨਾਂ ਨੂੰ ਜਾਣੀ ਜਾਚ ਗਿਆ, ਭਾਫ ਗਿਆ ਕਿ ਸਾਰੀ ਕਰਾਮਾਤ ਉਹਨਾਂ ਮਹਾਤਮਾ ਦੀ ਹੈਗੀ ਆ ਜਿਹੜੇ ਹੈਗੇ ਮੈਨੂੰ ਰਸਤੇ 'ਚ ਮਿਲੇ ਆ। ਦੇਖੋ ਉਸ ਤੋਂ ਬਾਅਦ ਫਿਰ ਜ਼ਿਮੀਂਦਾਰ ਜਿਹੜਾ ਸੀਗਾ ਉਹ ਫਿਰ ਆਪਣੀ ਘਰਵਾਲੀ ਨੂੰ ਅਤੇ ਆਪਣੀ ਬੱਚੀ ਨੂੰ ਨਾਲ ਲੈ ਕੇ ਮਹਾਂਪੁਰਖਾਂ ਦੇ ਦਰਸ਼ਨ ਕਰਨ ਵਾਸਤੇ ਆਇਆ। ਜਦ ਦਰਸ਼ਨ ਕਰਨ ਵਾਸਤੇ ਆਇਆ ਤਾਂ ਆ ਕੇ ਜਦੋਂ ਉਹਦੀ ਘਰਵਾਲੀ ਨੇ ਮਹਾਂਪੁਰਖਾਂ ਨੂੰ ਮੱਥਾ ਟੇਕਿਆ ਤਾਂ ਦੇਖਦੇ ਸਾਰੇ ਆਪਣੇ ਪਤੀ ਦੇਵ ਨੂੰ ਕਹਿਣ ਲੱਗੀ, ਕਹਿੰਦੀ ਜੀ ਉਹੀ ਮਹਾਤਮਾ ਹੈਗੇ ਜਦੋਂ ਮੈਂ ਬੇਹੋਸ਼ ਸੀਗੀ ਅਤੇ ਇਹਨਾਂ ਨੇ ਆ ਕੇ ਹੈ ਨਾ ਮੈਨੂੰ ਨਵਾਂ ਜੀਵਨ ਦਾਨ ਦਿੱਤਾ ਸੀਗਾ। ਜਦੋਂ ਇਹ ਸਾਰੀ ਗੱਲਬਾਤ ਜਿਹੜੀ ਸੀ ਉਹਦੀ ਘਰਵਾਲੀ ਨੇ ਮਹਾਂਪੁਰਖਾਂ ਦੇ ਸਾਹਮਣੇ ਆਪਣੇ ਘਰ ਵਾਲੇ ਨਾਲ ਸਾਂਝੀ ਕੀਤੀ ਸੀ, ਤਾਂ ਉਹਨਾਂ ਦਾ ਫਿਰ ਘਰ ਵਾਲਾ ਤਾਂ ਜਿਹੜੇ ਸੀ ਬਾਕੀ ਸਾਰਾ ਪਰਿਵਾਰ ਮਹਾਂਪੁਰਖਾਂ ਦੇ ਚਰਨਾਂ 'ਚ ਪੈ ਗਿਆ ਸੀਗਾ। ਫਿਰ ਮਹਾਂਪੁਰਖਾਂ ਨੇ ਜਾਣੀ ਕਿ ਉਸ ਪਰਿਵਾਰ ਨੂੰ ਬੜਾ ਹੌਸਲਾ ਦਿੱਤਾ ਸੀ। ਹੌਸਲਾ ਦੇਖ ਫਿਰ ਮਹਾਂਪੁਰਖਾਂ ਨੇ ਉਹਨਾਂ ਨੂੰ ਇਹ ਕਿਹਾ ਸੀਗਾ, ਕਹਿੰਦੇ ਭਾਈ ਤੁਸੀਂ ਸਾਡੀ ਪ੍ਰੇਮ ਨਾਲ ਸੇਵਾ ਕੀਤੀ ਆ, ਇਸ ਕਰਕੇ ਕਿਸੇ ਦੀ ਵੀ ਸਾਧੂ ਦੀ ਸੇਵਾ ਕਰੋ ਹੈ ਨਾ, ਉਹ ਸੇਵਾ ਦਾ ਜਿਹੜਾ ਮੇਵਾ ਹੈਗਾ ਉਹਨੂੰ ਜੀਵਨ 'ਚ ਜ਼ਰੂਰ ਮਿਲਦਾ। ਫਿਰ ਮਹਾਂਪੁਰਖਾਂ ਨੇ ਉਹਨਾਂ ਦੇ ਨਾਲ ਹੈ ਨਾ ਬਚਨ ਕਰਦਿਆਂ ਇਹ ਗੱਲ ਆਖੀ ਸੀ ਕਿ ਕਿਸੇ ਸਾਧੂ ਦਾ ਸਵਾਗਤ ਕਰ ਦੇਣਾ ਹੈ ਨਾ, ਕਹਿੰਦੇ ਐਡਾ ਭਾਰਾ ਫਲ ਆ ਕਿ ਜਿਵੇਂ ਜਿਹੜਾ ਸੂਰਜ ਦੇਵਤਾ ਹੈ ਨਾ, ਸੂਰਜ ਦੇਵਤੇ ਦੀ ਪੂਜਾ ਕਰੀ ਉਹ ਤੋਂ ਵੱਧ ਜਿਹੜਾ ਮਹੱਤਵ ਹੈਗਾ ਕਿਸੇ ਸਾਧੂ ਦੇ ਸਵਾਗਤ ਦਾ ਹੀ ਹੈਗਾ। ਫਿਰ ਦੂਸਰਾ ਬਚਨ ਬਾਬਾ ਜੀ ਨੇ ਉਹਨਾਂ ਨੇ ਸਾਂਝਾ ਕੀਤਾ ਸੀਗਾ ਕਿ
ਕਿ ਕਿਸੇ ਮਹਾਤਮਾ ਨੂੰ ਜਲ ਜਿਹੜਾ ਪਿਲਾ ਦੇਣਾ ਹੈਗਾ ਉਹ ਇਸ ਤਰ੍ਹਾਂ ਹੈਗਾ ਕਿ ਇੱਕ ਚੂਲੀ ਜਲ ਸਮੁੰਦਰ ਦਾਰਨ ਕਰਨ ਦੇ ਬਰਾਬਰ ਹੈਗਾ। ਤੇ ਇਹ ਜਿਹੜਾ ਹੈਗਾ ਇਹ ਇੰਦਰ ਦੇਵਤੇ ਦੀ ਪੂਜਾ ਤੋਂ ਵੀ ਵੱਧ ਕੇ ਹੈ। ਫਿਰ ਅਗਲਾ ਜਿਹੜਾ ਬਚਨ ਸੀ ਮਹਾਂਪੁਰਖਾਂ ਨੇ ਕੀਤਾ ਸੀਗਾ, ਕਿਸੇ ਮਹਾਤਮਾ ਦੇ ਪੈਰ ਧੋ ਦੇਣੇ, ਇਹ ਪਿੱਤਰ ਪੂਜਾ ਤੋਂ ਵੀ ਜਿਹੜਾ ਹੈ ਨਾ ਉੱਤਮ ਕਰਮ ਜਿਹੜਾ ਮੰਨਿਆ ਜਾਂਦਾ ਹੈ। ਸੋ ਅਗਲਾ ਬਚਨ ਮਹਾਂਪੁਰਖਾਂ ਨੇ ਕੀਤਾ ਸੀਗਾ ਕਿ ਕਿਸੇ ਮਹਾਤਮਾ ਨੂੰ ਭੋਜਨ ਛਕਾ ਦੇਣਾ। ਇਉਂ ਹੈਗਾ ਕਿ ਜਿਵੇਂ ਸ੍ਰਿਸ਼ਟੀ ਦੇ ਜਿੰਨੇ ਵੀ ਦੇਵੀ ਦੇਵਤੇ ਆ ਉਹਨਾਂ ਨੂੰ ਭੰਡਾਰਾ ਕਰ ਦੇਣਾ, ਇਹ ਮਹਾਤਮਾ ਨੂੰ ਭੋਜਨ ਛਕਾਉਣ ਦੇ ਫਲ ਦੇ ਜਾਣੀ ਕਿ ਬਰਾਬਰ ਹੈਗਾ। ਜਦੋਂ ਸਾਰੀ ਗੱਲਬਾਤ ਜਿਹੜੀ ਸੀ ਇਹ ਬਚਨ ਮਹਾਂਪੁਰਖਾਂ ਨੇ ਉਸ ਪਰਿਵਾਰ ਨਾਲ ਸਾਂਝੇ ਕੀਤੇ ਸੀਗੇ। ਸੋ ਇਹ ਬਚਨ ਸਾਂਝੇ ਕਰਕੇ ਨਾ ਮਹਾਂਪੁਰਖਾਂ ਨੇ ਫਿਰ ਉਸ ਪਰਿਵਾਰ ਨੂੰ ਨਿਹਾਲ ਕੀਤਾ। ਫਿਰ ਉੱਥੋਂ ਮਹਾਂਪੁਰਖ ਜਿਹੜੇ ਸੀਗੇ ਹੋਰ ਅਗਲੇ ਸਥਾਨ ਨੂੰ ਨਿਕਲੇ ਆ। ਸੋ ਦਾਸ ਇੰਨੇ ਹੀ ਬਚਨ ਸਾਂਝਾ ਕਰਦਾ ਹੋਇਆ ਖਿਮਾ ਦਾ ਜਾਚਕ ਹੈ ਜੀ। ਹੋਈਆਂ ਬੇਅੰਤ ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਣੀ। ਸੋ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।